ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਐਬਰੋਡ ਦੇ ਵਿੱਚ। ਸੋ ਤੁਹਾਨੂੰ ਪਤਾ ਹੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ, ਗੱਲ ਕਰਦੇ ਹਾਂ ਵੱਖੋ-ਵੱਖ ਦੇਸ਼ਾਂ ਦੀ, ਕਿੱਥੇ ਕੀ ਹੋ ਰਿਹਾ, ਸਟੂਡੈਂਟ ਵੀਜ਼ਾ ਨੂੰ ਲੈ ਕੇ, ਟੂਰਿਸਟ ਵੀਜ਼ਾ ਨੂੰ ਲੈ ਕੇ, ਹੋਰ ਬਾਕੀ ਹਰ ਕਿਸਮ ਦੇ ਵੀਜ਼ੇ ਨੂੰ ਲੈ ਕੇ, ਤੇ ਬੈਕਲੌਗ ਦਾ ਕੀ ਹਾਲ ਹੈ, ਕੀ ਸਟੇਟਸ ਹੈ, ਸਾਰੀ ਗੱਲਬਾਤ ਕਰਾਂਗੇ। ਸੋ ਅਰਵਿੰਦਰ ਜੀ, ਇੱਕ ਚੀਜ਼ ਨੂੰ ਲੈ ਕੇ ਨਾ ਮੈਂ ਸੋਚੀ ਪੈ ਗਿਆ। ਮੈਂ ਕਿਹਾ ਤੁਹਾਨੂੰ ਪੁੱਛਾਂਗਾ ਜ਼ਰੂਰ ਕਿ ਸਾਰੇ ਨੌਜਵਾਨ ਮੁੰਡੇ ਆਪਣੇ ਪੰਜਾਬ ਤੋਂ ਕੈਨੇਡਾ, ਅਮਰੀਕਾ ਜਾਈ ਜਾ ਰਹੇ ਨੇ। ਪੇਰੈਂਟਸ ਵੀ ਬਹੁਤ ਇੰਟਰਸਟ ਲੈਂਦੇ ਨੇ ਕਿ ਬੱਚੇ ਬਾਹਰ ਜਾਣ, ਔਰ ਬੱਚੇ ਉਹਨਾਂ ਤੋਂ ਵੱਧ ਇੰਟਰਸਟ ਲੈਂਦੇ ਨੇ। ਕਈ ਵਾਰ ਲੱਗਦਾ ਪੇਰੈਂਟਸ ਜ਼ਿਆਦਾ ਇੰਟਰਸਟ ਲੈਂਦੇ ਨੇ, ਸਾਰੇ ਹੀਲੇ ਕਰਕੇ ਉਹਨਾਂ ਨੂੰ ਬਾਹਰ ਭੇਜਣਾ, ਵਿਦੇਸ਼ ਸੈਟਲ ਕਰਨਾ, ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਜ਼ਿੰਦਗੀ ਬਣ ਸਕਦੀ ਆ। ਬਾਹਰ ਜਾ ਕੇ ਸੈਟਲ ਹੋਣਗੇ, ਵਧੀਆ ਜ਼ਿੰਦਗੀ ਹੋਏਗੀ, ਕੁਆਲਿਟੀ ਆਫ ਲਾਈਫ ਹੋਏਗੀ, ਉੱਥੇ ਸੈਟਲ ਹੋ ਜਾਣ, ਉੱਥੇ ਵਿਆਹ ਕਰਾਉਣ ਅਤੇ ਉੱਥੇ ਬੱਚੇ ਹੋਣ ਉਹਨਾਂ ਦੇ, ਸਾਰਾ ਕੁਝ ਉੱਥੇ, ਫਿਰ ਬੱਚੇ ਤਾਂ ਆਪਣੇ ਆਪ ਉੱਥੋਂ ਦੇ ਸਿਟੀਜ਼ਨ ਹੋ ਗਏ। ਸੋ ਇਹ ਸਾਰੀਆਂ ਪਲੈਨਿੰਗਸ ਕਰਦੇ ਰਹਿੰਦੇ ਨੇ ਪੇਰੈਂਟਸ। ਮੈਂ ਸੋਚਣ ਡਿਆ ਪਿਆ ਕਿ ਜੇ ਸਾਰੇ ਹੀ ਬਾਹਰ ਚਲੇ ਗਏ ਫਿਰ ਤਾਂ ਪੰਜਾਬ 'ਚ ਆਪਾਂ ਦੋਵੇਂ ਹੀ ਰਹਿ ਜਾਵਾਂਗੇ ਸਟੂਡੀਓ 'ਚ ਬੈਠੇ ਡਿਸਕਸ਼ਨ ਕਰਦੇ ਹੋਏ। PR ਕਿਹਨੂੰ ਦੇਣਾ ਫਿਰ ਆਪਾਂ, ਤੇ ਵੀਜ਼ੇ ਕਿਤੇ ਲੱਗਣੇ ਨੇ? ਮੈਂ ਤਾਂ ਇਹ ਸੋਚਣ ਪੈ ਗਿਆ ਸੀ। ਦੇਖੋ ਸੰਜੀਵ ਜੀ, ਅਸਲ 'ਚ ਇਹ ਮੁੱਦਾ ਬਹੁਤ ਗੰਭੀਰ ਹੈ। ਯੈਸ, ਔਰ ਸਾਡਾ ਬ੍ਰੈਡ ਐਂਡ ਬਟਰ ਹੈ ਬੇਸਿਕਲੀ, ਬਟ ਸਟਿਲ ਥਾਟ ਆਫ ਕੰਸੀਡਰੇਸ਼ਨ ਇਸ ਟਾਈਮ ਸਾਰਿਆਂ ਲਈ। ਬਿਕੋਜ਼ ਇੱਕ ਸਮਾਂ ਸੀ ਲੋਕ ਤੋਂ ਬਾਹਰ ਜਾਂਦੇ ਸੀ, ਜਾ ਕੇ ਵਾਪਸ ਆ ਜਾਂਦੇ ਸੀ, ਔਰ ਪ੍ਰੋਸਪੈਰਿਟੀ ਤਕਰੀਬਨ ਪੰਜਾਬ ਨਾਲ ਲਿੰਕ ਰਹਿੰਦੀ ਸੀ। ਔਰ ਹੌਲੀ ਹੌਲੀ ਸਾਨੂੰ ਇੰਨਾ ਕਿ ਇਨਸਿਕਿਉਰ ਕਰ ਦਿੱਤਾ ਸਮਾਜ ਨੇ, ਕਿ ਸਿਸਟਮ ਨੇ, ਪੋਲੀਟੀਕਲ ਸਿਸਟਮ ਨੇ ਸਾਨੂੰ, ਕਿ ਇੱਥੇ ਇਨਸਿਕਿਉਰਿਟੀ ਜ਼ਿਆਦਾ ਗਰੋ ਅਪ ਹੋ ਗਈ। ਬਿਲਕੁਲ ਸਹੀ। ਅਸੀਂ ਅਗਰ ਅਮਰੀਕਾ ਦੀ ਗੱਲ ਕਰਦੇ, ਅਮਰੀਕਾ ਦੇ ਵਿੱਚ ਸੋਸ਼ਲ ਸਿਕਿਉਰਿਟੀ ਨੰਬਰ ਹੈਗਾ, ਔਰ ਸਾਨੂੰ ਇੱਕ ਇਸੇ ਅੱਖਰ ਦੀ ਸਮਝ ਹੈ ਨਹੀਂ ਹੈ ਇਸ ਸਮਾਜ 'ਚ ਰਹਿੰਦਿਆਂ ਹੋਇਆਂ। ਸੋ ਸਾਡੇ ਲਈ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਆ, ਉਹਦੀ ਥਾਂ 'ਤੇ ਸਾਡੇ ਕੋਲ ਸੋਸ਼ਲ ਇਨਸਿਕਿਉਰਿਟੀ ਹੈ। ਔਰ ਸੋਸ਼ਲੀ ਇਨਸਿਕਿਉਰਿਟੀ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਇਹਦੇ 'ਚ ਇਕੱਲਾ ਸਰਕਾਰਾਂ ਦਾ ਕਸੂਰ ਨਹੀਂ, ਸਾਡਾ ਵੀ ਬਰਾਬਰ ਕਸੂਰ ਹੈ। ਬਿਕੋਜ਼ ਅਸੀਂ ਗਰੋ ਅਪ ਇਸ ਇਨਵਾਇਰਮੈਂਟ 'ਚ ਹੋਏ ਹਾਂ, ਸਾਨੂੰ ਲੱਗਦਾ ਕਿ ਮੈਂ ਜਦੋਜਹਿਦ ਕਰ ਲਈ, ਮੈਂ ਕੁਛ ਨਾ ਕੁਛ ਕਰ ਲਿਆ, ਤੇ ਗਾਂਹ ਕਿਸੇ ਕੋਲ ਹੋਣਾ ਨਹੀਂ, ਤੇ ਇਸੇ ਕਰਕੇ ਇਹਨਾਂ ਨੂੰ ਸੇਫ ਪੈਰਾਡਾਈਜ਼ ਭੇਜ ਦਈਏ, ਜਿੱਥੇ ਜਾ ਕੇ ਇਹ ਆਟੋਮੇਸ਼ਨ ਦੇ ਉੱਪਰ ਲੱਗ ਜਾਣ ਕਿ ਆਪੇ ਇਹਨਾਂ ਦੀ ਜ਼ਿੰਦਗੀ ਕੁਛ ਨਾ ਕੁਛ ਚੱਲਦੀ ਰਹੇ। ਹਰ ਮਾਂ ਬਾਪ ਇੱਦਾਂ ਕਰਦਾ, ਸਾਡੀਆਂ ਪੁਸ਼ਤਾਂ ਇੱਦਾਂ ਕਰਦੀਆਂ ਰਹੀਆਂ। ਸੋ ਰਾਜੇ ਮਹਾਰਾਜ ਇੱਦਾਂ ਕਰਦੇ ਰਹੇ ਆ ਕਿ ਮੈਂ ਇੰਨਾ ਕੁ ਕਰ ਚੱਲਿਆ ਜੀ, 7 ਪੀੜ੍ਹੀਆਂ ਤੱਕ ਇਸੇ ਤਰੀਕੇ ਨਾਲ ਖਾਂਦੀਆਂ ਰਹਿਣ। ਸੋ ਅਸੀਂ ਜਿਸ ਸਮਾਜ ਦੇ ਵਿੱਚ ਬਾਅਦ 'ਚ ਜਾਂਦੇ ਹਾਂ, ਜਿਹੜੇ ਵੈਸਟਰਨ ਵਰਲਡ ਦੇ ਵਿੱਚ ਅਸੀਂ ਬਾਹਰ 'ਚ ਜਾਂਦੇ ਹਾਂ, ਸਾਨੂੰ ਉਹ ਤੋਂ ਸਬਕ ਲੈਣਾ ਪਊਗਾ। ਇਹ ਉਹ ਲੋਕ ਨੇ, ਉਹ ਬੱਚਿਆਂ ਦੇ ਉੱਪਰ ਇੰਨਾ ਰਿਲਾਈ ਕਰਦੇ ਆ ਕਿ ਬੱਚੇ 14 ਸਾਲ ਦੀ ਉਮਰ 'ਚ ਘਰੋਂ ਕੱਢ ਦਿੰਦੇ ਆ। ਔਰ ਇਹ ਯਕੀਨ ਕਰਦੇ ਨੇ ਉਹ ਪੇਰੈਂਟਸ ਕਿ ਯਾਰ ਮੇਰੇ ਕੋਲ ਬਹੁਤ ਚੰਗੇ ਰਿਸੋਰਸਿਸ ਵੀ ਨਹੀਂ ਸੀ, ਮੇਰੇ ਕੋਲ ਐਜੂਕੇਸ਼ਨ ਵੀ ਨਹੀਂ ਸੀ, ਸੋ ਮੈਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੀ ਦਿੱਤੀ ਹੈ, ਤੇ ਫਿਲਹਾਲ ਇਹਨਾਂ ਕੋਲ ਉਹ ਤੋਂ ਬੈਟਰ ਰਿਸੋਰਸਿਸ ਨੇ। ਜੇ ਮੇਰੇ ਵਰਗੇ ਬੰਦੇ ਨੇ ਉਸ ਸਮੇਂ 'ਚ ਕਰ ਲਿਆ, ਤੇ ਅੱਜ ਕੱਲ੍ਹ ਤਾਂ ਬੱਚੇ ਜੰਮਦੇ ਨਹੀਂ, ਅੱਜ ਕੱਲ੍ਹ ਪਿਓ ਜੰਮਦੇ ਆ। ਸੋ ਇਹ ਉਸ ਤੋਂ ਬਿਹਤਰ ਕਰ ਜਾਣਗੇ। ਸੋ ਸਾਨੂੰ ਇਸ ਸਮਾਜ 'ਚ ਰਹਿੰਦਿਆਂ ਹੋਇਆਂ ਇੱਦਾਂ ਲੱਗਦਾ ਆ ਕਿ ਮੈਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਕਰ ਲਿਆ, ਗਾਂ ਇਹਨਾਂ ਕੋ ਨਹੀਂ ਹੋਣਾ। ਔਰ ਸਾਡੇ ਬੱਚੇ ਨੂੰ ਵੀਕ ਅਸੀਂ ਖੁਦ ਬਣਾਉਂਦੇ ਆ। ਬਹੁਤ ਸਾਰੇ ਬੱਚੇ ਜਿਹੜੇ ਜੰਗਲਾਂ ਵਿੱਚ ਦੀ ਬਾਹਰ ਜਾਂਦੇ ਆ, ਉਹ ਜਾਂਦੇ ਆ ਜਿਨ੍ਹਾਂ ਨੂੰ ਉਹਦੇ ਪੇਰੈਂਟਸ ਇਹ ਕਹਿ ਦਿੰਦੇ ਆ ਕਿ ਕਾਕਾ ਤੈਨੂੰ ਤਾਂ ਆਪਾਂ ਬਾਹਰ ਹੀ ਭੇਜ ਦੇਣਾ। ਔਰ ਬੱਚਿਆਂ ਨੂੰ ਲੱਗਦਾ ਕਿ ਬਾਪੂ ਨੇ ਜੇ ਬਾਹਰ ਹੀ ਭੇਜ ਦੇਣਾ ਤੇ ਫਿਰ ਪੜ੍ਹਨ ਦੀ ਵੀ ਕੀ ਲੋੜ ਆ, ਕਿਉਂਕਿ ਬਾਪੂ ਤਾਂ ਸੁਪਰ ਹੀਰੋ ਹੁੰਦਾ ਸਭ ਦਾ। ਬਿਲਕੁਲ ਹੁੰਦਾ। ਔਰ ਉੱਤੇ ਯਕੀਨ ਕੀਤਾ ਜਾਂਦਾ, ਟਰਸਟ ਕੀਤਾ ਜਾਂਦਾ ਅੱਖਾਂ ਬੰਦ ਕਰਕੇ। ਜੇ ਬਾਪੂ ਜੀ ਨੇ ਕਹਿਤਾ ਪੁੱਤਰ ਤੈਨੂੰ ਆਪਾਂ ਬਾਹਰ ਭੇਜ ਦੇਣਾ, ਔਰ ਬੱਚਾ ਇਸ ਕਦਰ ਯਕੀਨ ਕਰਦਾ ਇਸ ਗੱਲ ਤੇ ਕਿ ਬੱਚਾ ਪੜ੍ਹਾਈ ਤੱਕ ਛੱਡ ਦਿੰਦਾ ਹੈ। ਬਿਲਕੁਲ ਸਹੀ ਆ। ਔਰ ਮੁੜ ਕੇ ਜਦੋਂ ਜਦੋਜਹਿਦ ਚੱਲਦੀ ਹੈ, ਫਿਰ ਪਤਾ ਲੱਗਦਾ ਜੰਗਲਾਂ ਦੀ ਖਾਕ ਛਾਣਦੇ ਛਾਣਦੇ ਪਤਾ ਨਹੀਂ ਕਿਹੜੇ ਰਸਤਿਓਂ, ਮਤਲਬ ਮੌਤ ਦੇ ਸਿਰ ਤੇ ਪੈਰ ਰੱਖ ਕੇ ਸਿਰੀਆਂ ਮਿੱਧਦੇ, ਫਿਰ ਉਹ ਕਿਹੜੇ ਜੰਗਲਾਂ 'ਚੋਂ ਪਾਰ ਕਰਕੇ ਫਿਰ ਜਾ ਕੇ ਆਪੋ ਆਪਣੇ ਫਾਈਨਲ ਡੈਸਟੀਨੇਸ਼ਨ 'ਤੇ ਪਹੁੰਚਦੇ ਆ। ਐਗਜ਼ੈਕਟਲੀ। ਸੋ ਐਜ਼ ਏ ਸੁਸਾਇਟੀ ਸਾਨੂੰ ਸਭ ਨੂੰ ਬਦਲਣ ਦੀ ਲੋੜ ਆ, ਸਰਕਾਰਾਂ ਨੂੰ ਬਦਲਣ ਦੀ ਲੋੜ ਆ। ਬਿਕੋਜ਼ ਸਾਨੂੰ ਕਦੀ ਵੀ ਅੱਜ ਤੱਕ ਤੁਸੀਂ ਮੈਨੂੰ ਕੋਈ ਚੀਜ਼ ਕਹਿਤੀ ਔਰ ਮੈਂ ਪੂਰੀ ਨਹੀਂ ਕੀਤੀ, ਮੇਰੇ ਤੇ ਪਰਚਾ ਹੋ ਜਾਣਾ। ਬਿਕੋਜ਼ ਅਸੀਂ ਤੁਹਾਡੇ ਕੋਲ ਮੈਂ ਕਹਿਤਾ ਵੀ ਆਹ ਕੋਈ ਪਲਾਟ ਦਾ ਸੌਦਾ ਹੈ, ਤੁਸੀਂ ਇੰਨੇ ਪੈਸੇ ਦਿਓ ਤਾਂ ਇੰਨੇ ਦਾ ਲੈ ਲਓ, ਕੋਈ ਬਿਆਨਾ ਕਲਾਮ ਅਸੀਂ ਕਰ ਲਿਆ, ਤੇ ਅਸੀਂ ਬਾਅਦ 'ਚ ਅਸੀਂ ਪਾਬੰਦ ਹੋ ਗਏ ਇੱਕ ਦੂਸਰੇ ਦੀ ਉਸ ਪ੍ਰੋਮਿਸ ਦੇ। ਬਿਲਕੁਲ। ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਲਿਖ ਕੇ ਦਿੰਦੀਆਂ ਨੇ ਮੈਨੀਫੈਸਟੋ ਤੇ ਕਿ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਉਸ ਤੋਂ ਬਾਅਦ ਉੱਤੇ ਕੋਈ ਖਰਾ ਹੀ ਨਹੀਂ ਉਤਰਦਾ, ਨਾ ਹੀ ਕੋਈ ਇਹਦੀ ਐਂਡੋਰਸਮੈਂਟ ਹੈ, ਨਾ ਹੀ ਇਹਨੂੰ ਕੋਈ ਚੈੱਕ ਕਰ ਸਕਦਾ, ਨਾ ਹੀ ਇਹਦੀ ਕੋਈ ਲੀਗਲਾਈਜੇਸ਼ਨ ਹੈ। ਐਗਜ਼ੈਕਟਲੀ। ਸੋ ਅਸਲ 'ਚ ਅਸੀਂ ਇੱਕ ਅਲੱਗ ਦੁਨੀਆ 'ਚ ਫਸ ਕੇ ਰਹਿ ਗਏ ਹਾਂ, ਜਿੱਥੇ ਅਸੀਂ ਹਰ ਇੱਕ ਮਤਲਬ ਸਭ ਨੂੰ ਲੱਗਦਾ ਕਿ ਇੱਕ ਚੀਜ਼ ਸਭ ਤੋਂ ਜਿਹੜੀ ਸਭ ਦੀ ਸਮਝ ਵਿੱਚ ਆਉਂਦੀ ਆ ਕਿ ਮੇਰਾ ਬੁਢਾਪਾ ਤਾਂ ਮੈਂ ਸਾਂਭ ਲੈਣਾ, ਗਾਂ ਇਹਨਾਂ ਦਾ ਬੁਢਾਪਾ ਨਾ ਰੁੱਲ ਜੇ।
ਸੋ ਉਹ ਸੋਸ਼ਲ ਇਨਸਿਕਿਉਰਿਟੀ ਇੱਕ ਰੀਜ਼ਨ ਆ ਬੱਚਿਆਂ ਦੇ ਪਲਾਇਨ ਦਾ। ਔਰ ਦੂਸਰੀ ਚੀਜ਼, US ਕੈਨੇਡਾ ਵਰਗੇ ਮੁਲਕਾਂ ਨੇ ਬਹੁਤ ਬਖੂਬੀ ਸਾਥ ਦਿੱਤਾ ਸਾਡੇ ਬੱਚਿਆਂ ਦਾ। ਹਾਂਜੀ, ਬਿਕੋਜ਼ ਸਾਡੇ ਇੱਥੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਬੱਚਿਆਂ ਨੂੰ ਲੈਂਦਿਆਂ ਉਹਨਾਂ ਦੀ ਉਮਰ 30 ਸਾਲ ਦੀ ਹੋ ਜਾਂਦੀ ਹੈ। ਉੱਥੇ 18-20 ਸਾਲ ਦੇ ਬੱਚਾ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦਾ ਹੈ। ਬਿਲਕੁਲ। ਸੋ ਕੁਝ ਚੀਜ਼ਾਂ ਤੇ ਹੈ ਨੇ ਜਿਹੜੀਆਂ ਵਾਕਈ ਖਿੱਚ ਦਾ ਕਾਰਨ ਨੇ, ਪਰ ਜਿਹੜਾ ਫਿਊਚਰ ਦਿਸਦਾ ਆ, ਜਿਹੜੀ ਤੁਸੀਂ ਗੱਲ ਕਹਿ ਰਹੇ ਕਿ ਆਪਾਂ ਰਹਿ ਜਾਣਾ, ਉਹ 'ਚ ਬਿਲਕੁਲ ਕੋਈ ਦੂਸਰੀ ਰਾਏ ਨਹੀਂ ਹੈਗੀ। ਤੁਸੀਂ ਅੱਜ ਹੀ ਆਪਣੀ ਆਸੇ-ਪਾਸੇ ਗਲੀ 'ਚ ਝਾਤੀ ਮਾਰੋ, ਤੁਹਾਨੂੰ ਯੰਗ ਮੁੰਡੇ ਕੁੜੀਆਂ ਨਹੀਂ ਦਿਸਣਗੇ। ਬਿਲਕੁਲ। ਸੋ ਪਹਿਲਾਂ ਸੀ ਕਿ ਸਾਰੇ ਬਾਹਰ ਜਾਂਦੇ ਸੀ, ਵਿਆਹ ਕਰਦੇ ਸੀ, ਬਾਹਰ ਜਾਂਦੇ ਸੀ, ਪੈਸੇ ਕਮਾਉਂਦੇ ਸੀ, ਇੰਡੀਆ ਵਾਪਸ ਪਰਤਦੇ ਸੀ, ਇੱਥੇ ਵਿਆਹ ਕਰਦੇ ਸੀ, ਬੱਚੇ ਇੱਥੇ ਪੈਦਾ ਹੁੰਦੇ ਸੀ ਔਰ ਇੱਥੇ ਸਮਾਜ ਵਿੱਚ ਹਿੱਸੇਦਾਰੀ ਰਹਿੰਦੀ ਸੀ। ਸੋ ਜਿਹੜਾ ਵੀ ਬੰਦਾ ਬਾਹਰ ਜਾਂਦਾ ਸੀ, ਪੈਸਾ ਇੰਡੀਆ ਭੇਜਦਾ ਸੀ, ਐਸੈਟਸ ਇੱਥੇ ਗਰੋ ਕਰਦਾ ਸੀ, ਸੋ ਕਾਰੋਬਾਰ ਇੱਥੇ ਵੱਧਦੇ ਸੀ, ਪੈਸਾ ਇੱਥੇ ਵੱਧਦਾ ਸੀ, ਸੋ ਗਵਰਨਮੈਂਟ ਦੀ ਇਨਕਮ ਵੀ ਇੱਥੇ ਵੱਧਦੀ ਸੀ। ਸੋ ਪਿਛਲੇ ਕੁਝ ਸਮੇਂ ਤੋਂ ਇੰਨੀ ਕਿ ਇਨਸਿਕਿਉਰਿਟੀ ਆ ਗਈ ਕਿ ਜਿਹੜੇ ਲੋਕ ਸਦੀਆਂ ਤੋਂ ਇੱਥੇ ਰਹਿੰਦੇ ਰਹੇ ਆ, ਡੈਕੇਡਸ ਤੋਂ ਜਿਹੜੇ ਇੱਥੇ ਰਹਿੰਦੇ ਰਹੇ, ਬਾਹਰ ਚਲੇ ਗਏ ਮੁੜ ਕੇ, ਔਰ ਉਹ ਜਿਹੜੇ ਮਤਲਬ ਕਈ ਦਹਾਕਿਆਂ ਤੋਂ ਪੈਸਾ ਇੰਡੀਆ 'ਚ ਜਮ੍ਹਾਂ ਕਰਦੇ ਰਹੇ, ਅੱਜ ਦੇ ਸਮੇਂ ਵਿੱਚ ਸਭ ਨੂੰ ਇਹ ਲੱਗਣ ਲੱਗ ਪਿਆ ਕਿ ਇੱਥੇ ਪਿਆ ਕਿਤੇ ਗਵਾਚ ਹੀ ਨਾ ਜਾਵੇ। ਜੋ ਵੱਟ ਹੁੰਦਾ ਉਹ ਲੈ ਜਾਓ। ਐਗਜ਼ੈਕਟਲੀ। ਸਾਡੇ ਹਮੇਸ਼ਾ ਜਿਹੜਾ ਸਮਰ ਸੀਜ਼ਨ ਆ ਪਪੂਲਰ ਹੁੰਦਾ ਸੀ। ਪਪੂਲਰ ਸੀਜ਼ਨ ਦੇ ਜਿਹੜਾ ਮਈ ਦਾ ਸੀਜ਼ਨ ਆ, ਸੋ ਮਈ ਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਕੀ ਹੁੰਦਾ ਸੀ, ਸਾਡੀਆਂ ਹਰ ਤਰ੍ਹਾਂ ਦੀਆਂ ਗੱਡੀਆਂ ਦੇ, ਜ਼ਮੀਨਾਂ ਦੇ, ਕਾਰਾਂ ਦੇ, ਮਤਲਬ ਹਰ ਚੀਜ਼ ਦੀ ਉਹ ਜਿੱਚ ਕਿ NRIs ਇਨਵੈਸਟ ਕਰਦੇ, ਪ੍ਰਾਈਸਿਸ ਅਪ ਹੁੰਦੇ ਸੀ। ਯੈਸ। ਪਿਛਲੇ ਕੁਝ ਸਮੇਂ ਤੋਂ ਸੈਕੰਡ ਹੈਂਡ ਕਾਰਾਂ ਬਹੁਤ ਐਕਸਪੈਂਸਿਵ ਹੋ ਜਾਂਦੀਆਂ ਸੀ, ਬਿਕੋਜ਼ ਸਮਰ ਸੀਜ਼ਨ ਆ ਗਿਆ ਤੇ ਫੋਰਨਰਸ ਆਉਣ ਵਾਲੇ। ਫੋਰਨਰਸ ਮਤਲਬ NRI, ਸਾਡੇ ਭੈਣ ਭਾਈ ਜਿਹੜੇ ਬਾਹਰ ਰਹਿੰਦੇ ਆ। ਸੋ ਜ਼ਮੀਨਾਂ ਮਹਿੰਗੀਆਂ ਹੁੰਦੀਆਂ ਸੀ, ਕਲੋਨੀਆਂ ਦੇ ਭਾਅ ਇੱਦਾਂ ਹੁੰਦੇ ਸੀ, ਬਿਕੋਜ਼ ਹਰ ਕੋਈ ਇੱਥੇ ਇਨਵੈਸਟ ਕਰਦਾ ਹੁੰਦਾ ਸੀ। ਹੁਣ ਸਮਾਂ ਉਲਟਾ ਆ ਗਿਆ ਕਿ ਸਮਰ ਸੀਜ਼ਨ ਆ ਗਿਆ, NRIs ਬਾਹਰੋਂ ਆਉਣ ਵਾਲੇ ਆ, ਉਹ ਵੇਚ ਜਾਣਗੇ। ਅੱਛਾ, ਹੁਣ ਭਾਅ ਘਟ ਜਾਣਗੇ। ਯੈਸ। ਸੋ ਇੱਕਦਮ ਅਸੀਂ ਤਖਤਾ ਪਲਟ ਕੇ ਰੱਖਤਾ ਹੈ। ਸੋ ਸਾਨੂੰ ਬੱਚਿਆਂ ਦੇ ਉੱਪਰ ਯਕੀਨ ਦਿਵਾਉਣਾ ਪਊਗਾ ਬੱਚਿਆਂ ਨੂੰ ਕਿ ਪੁੱਤਰ ਤੂੰ ਸਪੈਸ਼ਲ ਆ, ਤੂੰ ਇੱਥੇ ਵੀ ਕੁਝ ਕਰ ਸਕਦਾ, ਬਾਹਰ ਵੀ ਕੁਝ ਕਰ ਲੇਗਾ। ਸੋ ਉਹਦੇ ਲਈ ਚੂਜ਼ ਕਰਨ ਦੀ ਪੋਸੀਬਿਲਿਟੀ ਅਸੀਂ ਛੱਡੀ ਨਹੀਂ ਆ। ਬੱਚਿਆਂ ਦੀ ਰਿਸਰਚ ਦਾ ਅਸੀਂ ਕੋਈ ਰੀਜ਼ਨ ਹੀ ਨਹੀਂ ਛੱਡਿਆ, ਉਹ ਕੁਝ ਆਪ ਲੱਭ ਸਕਣ ਇਹਦਾ ਅਸੀਂ ਖੁਦ ਉਹਨਾਂ ਤੇ ਇਤਬਾਰ ਨਹੀਂ ਕੀਤਾ। ਬਿਲਕੁਲ ਸਹੀ। ਸੋ ਉਹੀ ਇੱਕ ਕਾਰਨ ਆ ਕਿ ਬੱਚੇ ਇੱਥੋਂ ਪਲਾਇਨ ਕਰ ਰਹੇ ਆ। ਔਰ ਯੈਸ, ਜਦੋਂ ਸਾਡੀ ਵਾਰੀ ਆਉਣੀ, ਸਾਨੂੰ ਕਿਸੇ ਨੇ ਮੋਢਿਆਂ ਤੇ ਚੱਕਣ ਦੀ ਜਦੋਂ ਵਾਰੀ ਹੋਈ ਅਖੀਰਲੇ ਸਮੇਂ ਦੇ ਉੱਪਰ, ਤੇ ਉਦੋਂ ਜਿਹੜੇ ਸਾਥੀਆਂ ਨੇ ਚੱਕਣਾ ਵੀ ਬਜ਼ੁਰਗ ਹੀ ਹੋਣੇ ਆ ਸਾਰੇ। ਬਿਕੋਜ਼ ਅਸੀਂ ਜਿੱਦਾਂ ਜਪਾਨ ਕਿਸੇ ਟਾਈਮ ਤੇ ਕੱਲਾ ਬਜ਼ੁਰਗਾਂ ਦਾ ਮੁਲਕ ਸੀ, ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਜ਼ੁਰਗਾਂ ਦਾ ਮੁਲਕ ਹੋ ਜਾਣਾ, ਇਹਦੇ 'ਚ ਕੋਈ ਵੀ ਦੂਜੀ ਰਾਏ ਨਹੀਂ ਹੈਗੀ। ਐਗਜ਼ੈਕਟਲੀ। ਠੀਕ ਹੈ ਰਵਿੰਦਰ ਜੀ, ਇਹ ਤੇ ਗੱਲ ਆਪਣੀ ਹੁਣ ਹੋ ਗਈ ਕਲੀਅਰ ਕਿ ਰੀਜ਼ਨਸ ਕੀ ਨੇ, ਕਿਉਂਕਿ ਇੱਥੇ ਵਾਕਈ ਉਹਨਾਂ ਨੂੰ ਇਨਸਿਕਿਉਰਿਟੀ ਫੀਲ ਹੁੰਦੀ ਹੈ, ਇਸ ਕਰਕੇ ਉਹ ਬਾਹਰਲੇ ਮੁਲਕਾਂ ਜਾ ਕੇ ਰਹਿਣਾ ਚਾਹੁੰਦੇ ਨੇ ਜਿੱਥੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਾ ਵਿਸ਼ਵਾਸ ਆ। ਇੱਥੇ ਵਿਸ਼ਵਾਸ ਨਹੀਂ ਹੈ, ਵਿਸ਼ਵਾਸ ਟੁੱਟ ਚੁੱਕਾ ਹੈ ਜੋ ਵੀ ਹਾਲਾਤ ਰਹੇ ਨੇ। ਸੋ ਆਪਾਂ ਅੱਗੇ ਵੱਧਦੇ ਹਾਂ। ਇਸ ਵਕਤ ਅਸੀਂ ਜਾਣਨਾ ਚਾਹੁੰਦੇ ਹਾਂ, ਆਪਣੇ ਟੌਪਿਕ ਤੇ ਰੈਗੂਲਰ ਆਈਏ, ਜਿਹੜਾ ਰੈਗੂਲਰ ਟੌਪਿਕ ਹੈ ਆਪਣਾ ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਉਹਦੇ ਵਿੱਚ ਹੁਣ ਬੈਕਲੌਗ ਦਾ ਕੀ ਹਾਲ ਹੈ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਕਿਉਂਕਿ ਪਿੱਛੇ ਜੇ ਸਟੂਡੈਂਟਸ ਦੇ ਵੀਜ਼ੇ ਬਹੁਤ ਜ਼ਿਆਦਾ ਕੈਂਸਲ ਹੋ ਰਹੇ ਸੀਗੇ ਔਰ ਸਟੂਡੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ, ਕਿਉਂਕਿ ਜੇ ਕੈਨੇਡਾ ਨਹੀਂ ਸਾਨੂੰ ਸਾਂਭੂ ਤਾਂ ਫਿਰ ਸਾਂਭੂਗਾ ਕੌਣ? ਬਿਲਕੁਲ, ਕਿਉਂਕਿ ਕੈਨੇਡਾ ਨੇ ਸਭ ਤੋਂ ਸੱਚਾ ਮਿੱਤਰ ਬਣ ਕੇ ਪੰਜਾਬੀਆਂ ਨੂੰ ਸੰਭਾਲਿਆ ਹੈ। ਸੋ ਸੰਜੀਵ ਜੀ, ਅਸਲ 'ਚ ਕੀ ਆ, ਕੈਨੇਡਾ ਦੇ ਵਿੱਚ ਜਿਹੜਾ ਬੈਕਲੌਗ ਆ ਉਹਦੀ ਸਥਿਤੀ ਤੇ ਰੈਗੂਲਰ ਉਸੇ ਤਰੀਕੇ ਨਾਲ ਹੋਰ ਜ਼ਿਆਦਾ ਭਿਆਨਕ ਹੋਈ ਜਾਂਦੀ ਹੈ। ਅੱਛਾ ਜੀ। ਸੋ ਇਸ ਟਾਈਮ 27 ਲੱਖ ਤੋਂ ਵੱਧ ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ। ਸੋ ਜਦੋਂ ਅਸੀਂ ਸ਼ੋਅ ਤੇ ਗੱਲ ਕਰਦੇ ਹਾਂ 14 ਲੱਖ, 18 ਲੱਖ, 21 ਲੱਖ, 24 ਲੱਖ, ਹੁਣ 27 ਲੱਖ। ਸੋ 27 ਲੱਖ ਦੇ ਕਰੀਬ ਐਪਲੀਕੇਸ਼ਨਸ ਪੈਂਡਿੰਗ ਪਈਆਂ। ਬਟ ਚੰਗੀ ਚੀਜ਼ ਕੀ ਹੈ ਉਹਦੇ 'ਚ? ਚੰਗੀ ਚੀਜ਼ ਇਹ ਹੈ ਕਿ ਅਗਰ ਅਸੀਂ ਕੁਝ ਸਮਾਂ ਪਹਿਲਾਂ ਵੇਖੀਏ ਤਾਂ ਉਦੋਂ 7.5 ਲੱਖ ਦੇ ਕਰੀਬ ਸਟੂਡੈਂਟ ਦੀਆਂ ਐਪਲੀਕੇਸ਼ਨਸ ਪੈਂਡਿੰਗ ਪਈਆਂ ਸੀ, ਔਰ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਸਟੂਡੈਂਟ ਐਪਲੀਕੇਸ਼ਨਸ ਨੇ ਉਹ ਤਕਰੀਬਨ 1.25 ਲੱਖ ਦੇ ਕਰੀਬ ਨੇ ਜੀ। ਹੁਣ 2-3 ਪਹਿਲੂ ਨੇ ਪੰਜਾਬ ਦਾ ਕੈਨੇਡਾ ਦੇ ਰਿਸ਼ਤਾ ਜਿਹੜਾ ਫਿਊਚਰ 'ਚ ਕਿੱਦਾਂ ਦਾ ਰਹਿਣ ਵਾਲਾ ਆ। ਸੋ ਪੰਜਾਬ ਦੇ ਨਾਲ ਕੈਨੇਡਾ ਦਾ ਜਿਹੜਾ ਰਿਸ਼ਤਾ ਹੈ ਉਹ ਖਤਮ ਨਹੀਂ ਹੋਣ ਲੱਗਾ, ਨਾ ਹੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਜ਼ਰੂਰਤ ਖਤਮ ਹੋਣ ਵਾਲੀ ਆ। ਸੋ ਇਹ ਕੰਟੀਨਿਊਸਲੀ ਚੱਲੇਗੀ ਜੀ। ਮਾਰਕੀਟਿੰਗ ਤੁਹਾਨੂੰ ਚੀਜ਼ਾਂ ਦਿਸਣਗੀਆਂ ਕਿ ਪੰਜਾਬ ਨੂੰ ਕਦੀ ਤਾਲਾ ਲੱਗ ਗਿਆ, ਕਦੀ ਪੰਜਾਬ ਰੁਕ ਗਿਆ, ਕਦੀ ਪੰਜਾਬ ਭੱਜ ਪਿਆ, ਕਦੀ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ, ਕਦੀ ਕੈਨੇਡਾ ਨੇ ਸ਼ੁਰੂ ਕਰਤੇ। ਹੁਣ ਇਹਦਾ ਅਸਲ ਪਹਿਲੂ ਕੀ ਆ? ਸੋ ਪਹਿਲੀ ਚੀਜ਼ ਤੇ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਟੂਡੈਂਟ ਐਪਲੀਕੇਸ਼ਨਸ ਨੇ ਉਹ ਸਭ ਤੋਂ ਵੱਧ ਇੰਡੀਆ ਦੀਆਂ, ਅਗਰ ਕੈਨੇਡਾ ਨੂੰ ਐਪਲੀਕੇਸ਼ਨਸ ਲੱਗਦੀਆਂ ਨੇ ਤਾਂ 60% ਕੱਲੀਆਂ ਪੰਜਾਬ ਤੋਂ ਲੱਗਦੀਆਂ ਨੇ। ਦੂਸਰੀ ਚੀਜ਼, ਅੱਗੇ ਇੱਕ ਸਮਾਂ ਸੀ ਕਿ ਜਦੋਂ ਇੰਨਾ ਇਨਸਿਕਿਉਰ ਮਾਹੌਲ ਨਹੀਂ ਲੱਗਦਾ ਸੀ ਇੱਥੇ ਸਭ ਨੂੰ, ਉਦੋਂ ਬਹੁਤ ਸਾਰੇ ਜਿਹੜੇ ਬਿਊਰੋਕਰੈਟਸ, ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ, ਬਹੁਤ ਚੰਗੇ ਬਿਜ਼ਨਸਮੈਨ, ਉਹਨਾਂ ਦੇ ਬੱਚੇ ਬਾਹਰ ਨਹੀਂ ਜਾਂਦੇ ਹੁੰਦੇ ਸੀ। ਉਦੋਂ ਸਾਡੇ ਕੋਲ ਤਕਰੀਬਨ 1.25 ਲੱਖ ਦੇ ਕਰੀਬ ਕੋਟਾ, ਐਨੂਅਲ ਕੋਟਾ ਹੈ, 1.25 ਲੱਖ ਦੇ ਕਰੀਬ ਸਟੂਡੈਂਟਸ ਕੈਨੇਡਾ ਜਾਂਦੇ ਆ ਹਰ ਸਾਲ। ਅਗਰ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ, ਤਕਰੀਬਨ 2.5 ਲੱਖ ਸਟੂਡੈਂਟ ਨੂੰ ਵੀਜ਼ਾ ਦਿੱਤਾ ਗਿਆ, ਬਿਕੋਜ਼ ਉਹਦੇ ਵਿੱਚ
ਜਿਹੜਾ ਕੋਵਿਡ ਦਾ ਬੈਕਲੌਗ ਉਹ ਵੀ ਨਾਲ ਜੁੜਿਆ ਸੀਗਾ। ਬਟ ਜਿਹੜੀ ਤਾਦਾਦ ਵੀਜ਼ਾਸ ਦੀ ਉਨੀ ਕੀ ਆ, ਔਰ ਇਸ ਸਾਲ ਦੇ ਵਿੱਚ ਵੀ ਤਕਰੀਬਨ 2 ਲੱਖ ਪਲੱਸ ਦੇ ਕਰੀਬ ਸਟੂਡੈਂਟ ਵੀਜ਼ਾਸ ਮਿਲਣਗੇ। ਹੁਣ ਅਗਰ ਅੰਕੜਿਆਂ ਤੇ ਵੇਖਾਂਗੇ ਤਾਂ ਇਹ ਤੁਹਾਨੂੰ ਤਾਦਾਦ ਨੰਬਰਸ ਵਿੱਚ ਜ਼ਿਆਦਾ ਲੱਗੇਗੀ। ਬਟ ਜਦੋਂ ਅਸੀਂ ਇੰਡੀਆ ਦਾ ਸਕਸੈਸ ਰੇਟ ਦੇ ਉੱਪਰ ਵੇਖਦੇ ਹਾਂ ਤਾਂ ਇੰਡੀਆ ਦਾ ਸਕਸੈਸ ਰੇਟ ਇਸ ਟਾਈਮ 56% ਆ, 56%। ਕਿ ਉਹਦਾ ਮਤਲਬ ਸਿੱਧਾ ਸਿੱਧਾ ਇਹ ਆ ਕਿ ਅੱਜ ਵੀ 44 ਐਪਲੀਕੇਸ਼ਨਸ 100 ਪਿੱਛੇ ਰਿਫਿਊਜ਼ ਹੁੰਦੀਆਂ ਨੇ। ਪਰ ਕੈਨੇਡਾ ਇੱਕ ਐਸਾ ਮੁਲਕ ਆ ਜਿਹਦੇ 'ਚ ਰਿਫਿਊਜ਼ਲ ਐਪਲੀਕੇਸ਼ਨ ਦਾ ਵੀ ਵੀਜ਼ਾ ਆ ਜਾਂਦਾ ਹੈ। ਆਸਟ੍ਰੇਲੀਆ ਦੇ ਵਿੱਚ ਨਹੀਂ ਆਉਂਦਾ, ਜਾਂ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਦੁਬਾਰਾ ਸਟੂਡੈਂਟ ਨੇ ਅਪਲਾਈ ਕਰਨਾ ਹੋਵੇ ਤਾਂ ਵੀਜ਼ਾ ਨਹੀਂ ਹੁੰਦਾ। ਕੈਨੇਡਾ ਦੇ ਬੱਚੇ ਦਾ 3-4 ਵਾਰੀ ਰਿਫਿਊਜ਼ ਕਰਨ ਤੋਂ ਬਾਅਦ ਵੀ ਵੀਜ਼ਾ ਅਪਰੂਵ ਆ ਜਾਂਦਾ ਹੈ। ਬਿਕੋਜ਼ ਕੈਨੇਡਾ ਦਾ ਜਿਹੜਾ ਹਾਲੇ ਤੱਕ ਜਿਹੜਾ ਐਪਲੀਕੇਸ਼ਨਸ ਨੂੰ ਡੀਲ ਕਰਨ ਦਾ ਸਿਲਸਿਲਾ ਆ ਉਹ ਬਹੁਤ ਜ਼ਿਆਦਾ ਲਾਈਕ ਜਿਹਨੂੰ ਅਸੀਂ ਕਹਿੰਦੇ ਸਟ੍ਰੀਮਲਾਈਨ ਨਹੀਂ ਹੋਇਆ। ਉਹਦੇ 'ਚ ਹਾਲੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਿ ਐਪਲੀਕੇਸ਼ਨਸ ਨੂੰ ਫਾਈਲਿੰਗ ਦੇ ਤਰੀਕੇ ਨਾਲ ਬਦਲਿਆ ਜਾ ਸਕਦਾ, ਮੈਰਿਟ ਦੇ ਨਾਲ ਬਦਲਿਆ ਜਾ ਸਕਦਾ, ਤੁਹਾਡੀ ਸਕੋਰਿੰਗ, ਤੁਹਾਡਾ ਪਰਸੈਂਟੇਜ, ਉਸ ਤੋਂ ਬਾਅਦ ਜਿਹੜੇ ਐਲਗੋਰਿਦਮਸ ਨੇ ਕੰਪਿਊਟਰਸ ਦੇ ਜਿਹਦੇ ਨਾਲ ਜਿਹੜੀਆਂ ਐਪਲੀਕੇਸ਼ਨ ਸੌਰਟ ਹੁੰਦੀਆਂ। ਸੋ ਕਈ ਪੈਰਾਮੀਟਰਸ ਨੇ। ਫਿਰ ਇਹ ਕਿਹੜੀ ਲੋਕੇਸ਼ਨ ਤੋਂ ਐਕਸੈਸ ਹੋ ਰਹੀ ਹੈ ਐਪਲੀਕੇਸ਼ਨਸ, ਉਸ ਲੋਕੇਸ਼ਨ ਦਾ ਇਹਦੇ 'ਚ ਕੰਟਰੀਬਿਊਸ਼ਨ ਹੈ। ਸੋ ਕਈ ਪੈਰਾਮੀਟਰਸ ਨੇ। ਪਰ ਜਿਹੜਾ ਸਭ ਤੋਂ ਵੱਡੀ ਚੀਜ਼ ਜਿਹੜੀ ਬਦਲੀ ਹੈ ਉਹ ਹੈ ਸਾਡੀ ਐਪਲੀਕੇਸ਼ਨਸ ਦਾ ਨੰਬਰ, ਤਾਦਾਦ। ਸੋ ਕੈਨੇਡਾ ਦਾ ਵੀਜ਼ਾ ਸਿਰਫ ਡਿਮਾਂਡ ਐਂਡ ਸਪਲਾਈ ਦੇ ਅਕੋਰਡਿੰਗ ਆ। ਸੋ ਇੱਕ ਥਿਊਰੀ ਇਹ ਹੈ। ਇੱਕ ਥਿਊਰੀ ਦੇ ਉੱਪਰ ਆਪਾਂ ਫਿਰ ਚੱਲਦੇ ਹਾਂ। ਸੋ ਪਹਿਲੀ ਥਿਊਰੀ ਹੈ ਕਿ ਡਿਮਾਂਡ ਐਂਡ ਸਪਲਾਈ। ਪਹਿਲਾਂ ਸਾਡੇ ਕੋਲ ਐਪਲੀਕੇਸ਼ਨਸ ਅਪਲਾਈ ਹੁੰਦੀਆਂ ਨੇ, ਉਹਦੇ ਚੋਂ ਬਹੁਤ ਸਾਰੇ ਵੀਜ਼ਾਸ ਆ ਜਾਂਦੇ ਜਿਹੜਾ ਕਿ ਕੋਟਾ ਨੂੰ ਪੂਰਾ ਕਰ ਦਿੰਦਾ ਹੈ। ਡੈਫੀਨੇਟਲੀ। ਸੋ ਜਦੋਂ ਤੁਹਾਡੇ ਕੋਲ ਐਪਲੀਕੇਸ਼ਨਸ ਦੀ ਸਪਲਾਈ ਏਡੀ ਆ, ਕੋਟਾ ਉਹਨੇ ਦਾ ਉਨਾ ਹੀ ਆ, ਉਦੋਂ ਫਿਰ ਅੱਧੀਆਂ ਐਪਲੀਕੇਸ਼ਨ ਉੜਦੀਆਂ ਨੇ, ਅੱਧਿਆਂ ਨੂੰ ਵੀਜ਼ਾ ਆ ਰਿਹਾ। ਯੈਸ। ਤੀਸਰੀ ਚੀਜ਼ ਇੱਕ ਹੋਰ ਹੈ ਜੀ, ਜਿਹਨੂੰ ਅਸੀਂ ਹਾਲੇ ਤੱਕ ਕਿਸੇ ਵੀ ਮੰਚ ਤੇ ਖੁੱਲ੍ਹ ਕੇ ਨਹੀਂ ਕਿਹਾ ਗਿਆ, ਬਟ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਲੱਗਦਾ ਕਿ ਯੈਸ ਇਹ ਵਨ ਆਫ ਦਾ ਰੀਜ਼ਨਸ ਆ। ਪਿਛਲੇ ਕੁਝ ਸਮੇਂ ਤੋਂ ਸਾਡੀ ਸ਼ਮੂਲੀਅਤ ਜਿਹੜੀ ਕੈਨੇਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਜ਼ਿਆਦਾ ਹੋ ਗਈ ਹੈ। ਜ਼ਿਆਦਾ ਹੈ, ਬਿਲਕੁਲ ਜ਼ਿਆਦਾ ਹੈ। ਔਰ ਕੈਨੇਡੀਅਨ ਪੋਲੀਟੀਕਲ ਸਿਸਟਮ 'ਚ ਸਾਡੀ ਸ਼ਮੂਲੀਅਤ ਜ਼ਿਆਦਾ ਹੋਣ ਕਰਕੇ ਜਿਹੜੇ ਉਹਨਾਂ ਦੇ ਪੋਲੀਟੀਕਲ ਜਿਹੜੇ ਲਾਈਕ ਇਸ ਟਾਈਮ ਜਿਹੜੇ ਸਮੀਕਰਨ ਬਣ ਰਹੇ ਨੇ ਉਹ ਤਕਰੀਬਨ ਪੰਜਾਬੀਆਂ ਦੇ ਫੇਵਰ ਦੇ ਵਿੱਚ ਨੇ। ਡੈਫੀਨੇਟਲੀ। ਔਰ ਕੈਨੇਡਾ ਇੱਕ ਚੀਜ਼ ਚਾਹੁੰਦਾ ਹੈ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਸਾਰੇ ਪਾਸਿਓਂ ਰੀਜਨਲ ਰਿਪਰੈਜ਼ੈਂਟੇਸ਼ਨ ਹੋਵੇ, ਕਿ ਛੋਟੀਆਂ-ਛੋਟੀਆਂ ਕਮਿਊਨਿਟੀਜ਼ ਅਲੱਗ-ਅਲੱਗ ਰੀਜਨਸ ਤੋਂ ਆਉਣ ਤੇ ਉਹ ਛੋਟੀ ਪਾਪੂਲੇਸ਼ਨ ਦੇ ਵਿੱਚ ਰਹਿਣ, ਔਰ ਜਿਹੜੀ ਮੇਜਰ ਜਿਹੜੀ ਰੂਲ ਕਰਨ ਵਾਲੀ ਪਾਰਟੀ ਹੈ ਉਹ ਲੋਕਲਸ ਜ਼ਿਆਦਾ ਹੋਣ, ਕੈਨੇਡੀਅਨਸ ਹੋਣ। ਯੈਸ। ਸੋ ਅਲਟੀਮੇਟਲੀ ਇਹਨੂੰ ਤੁਸੀਂ ਇਸ ਐਂਗਲ ਤੋਂ ਵੇਖੋਗੇ ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਣੀਆਂ ਨੇ। ਮਤਲਬ ਉਹਨਾਂ ਨੂੰ ਇਹ ਹੈ ਕਿ ਡੋਮੀਨੈਂਸ ਨਾ ਹੋ ਜਾਏ ਪੰਜਾਬੀਆਂ ਦੀ। ਔਰ ਇਸੇ ਕਰਕੇ ਐਸਡੀਐਸ ਦੇ ਵਿੱਚ ਤੁਸੀਂ ਵੇਖੋ ਇਸ ਸਮੇਂ ਦੇ ਵਿੱਚ ਅਲੱਗ ਰੀਜਨ ਤੋਂ ਬੱਚੇ ਲੈਣੇ ਸ਼ੁਰੂ ਕੀਤੇ ਨੇ। ਉਹ ਕਿਹੜਾ ਹੈ, ਕੈਰੇਬੀਅਨ ਆਈਲੈਂਡਸ ਨੇ ਔਰ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਨੇ। ਇਸ ਟਾਈਮ ਜ਼ਿਆਦਾ ਫੋਕਸ ਉਹਨਾਂ ਦੇ ਉੱਪਰ ਹੋ ਗਿਆ। ਔਰ ਕਈ ਯੂਨੀਵਰਸਿਟੀ ਦੇ ਤੁਸੀਂ ਐਪਲੀਕੇਸ਼ਨ ਪਾਉਂਦੇ ਹੋ ਸਟੂਡੈਂਟ ਦੀ, ਤੁਹਾਨੂੰ ਐਪਲੀਕੇਸ਼ਨ ਕਲੋਜ਼ ਦਿਸੇਗੀ ਕਿ ਪ੍ਰੋਗਰਾਮ ਬੰਦ ਹੋ ਗਿਆ ਹੈ, ਬਟ ਉਹ ਉਸ ਰੀਜਨ ਲਈ ਖੁੱਲਾ ਹੁੰਦਾ ਹਾਲੇ ਵੀ। ਸੋ ਪਾਰਟਿਕੂਲਰਲੀ ਇੱਕ ਰੀਜਨ ਲਈ ਬੰਦ ਹੋ ਗਿਆ। ਸੋ ਇਹ ਦੂਸਰੀ ਪਾਲਿਸੀ ਹੈ ਜਿਹਦੇ ਨਾਲ ਕਿ ਜਿਹੜੀ ਅਸੀਂ ਕੈਨੇਡਾ ਚਾਹੁੰਦਾ ਹੈ ਕਿ ਪੂਰੀ ਦੁਨੀਆ ਦੀ ਸ਼ਮੂਲੀਅਤ ਕੈਨੇਡਾ ਦੀ ਨਾਗਰਿਕਤਾ ਦੇ ਵਿੱਚ ਹੋਵੇ। ਕਿਸੇ ਪਾਰਟਿਕੂਲਰ ਕਲਾਸ ਦਾ ਗਰੋ ਅਪ ਹੋਣਾ, ਕਿਸੇ ਪਾਰਟਿਕੂਲਰ ਕਲਾਸ ਦਾ ਨੰਬਰਸ ਜ਼ਿਆਦਾ ਹੋਣਾ ਇਕਨੋਮੀ ਲਈ ਅੱਜ ਚੰਗਾ ਆ, ਬਟ ਪੋਲੀਟੀਕਲ ਸਿਸਟਮਸ ਲਈ ਕੱਲ ਮਾੜਾ ਹੋ ਸਕਦਾ ਹੈ। ਐਗਜ਼ੈਕਟਲੀ। ਸੋ ਇਸ ਕਰਕੇ ਇਹਦੇ ਅਲੱਗ-ਅਲੱਗ ਪਹਿਲੂ ਨੇ, ਅਲੱਗ-ਅਲੱਗ ਐਂਗਲਸ ਨੇ, ਬਟ ਆ ਦੋ ਮੇਜਰ ਨੇ ਜਿਹੜੇ ਇਸ ਟਾਈਮ ਜਿਹੜੀ ਕੈਨੇਡਾ ਦੇ ਜਿਹੜੀ ਸਟੂਡੈਂਟਸ ਦੀ ਐਪਲੀਕੇਸ਼ਨਸ ਆ ਰਿਜੈਕਸ਼ਨ ਵਾਲੇ ਨੇ ਜਾਂ ਉਹਨਾਂ ਦੇ ਨੰਬਰਸ ਆ ਉਹਦੇ ਉੱਪਰ ਇਹ ਕੇਂਦਰਿਤ ਹੈ। ਮਤਲਬ ਇਹ ਪੋਲੀਟੀਕਲ ਪੁਆਇੰਟ ਆਫ ਵਿਊ ਨਾਲ ਦੇਖ ਰਹੇ ਨੇ ਇਸ ਵਕਤ ਕਿ ਸਾਰੀ ਪਾਵਰ ਪੰਜਾਬੀਆਂ ਦੇ ਹੱਥ ਚਲੀ ਗਈ, ਤਾਂ ਫਿਰ ਜਿਹੜੇ ਕੈਨੇਡੀਅਨਸ ਨੇ, ਜਿਹੜੇ ਲੋਕਲਸ ਨੇ, ਉਹ ਕਿੱਥੇ ਜਾਣਗੇ? ਕਿਉਂਕਿ ਇਹ ਮੁਲਕ ਹੀ ਸਾਰਾ ਪੰਜਾਬੀਆਂ ਦਾ ਬਣ ਜਾਣਾ ਹੈ। ਯੈਸ। ਕਿਉਂਕਿ ਅਸੀਂ ਤਾਂ ਦੇਖਦੇ ਕਈ ਏਰੀਆਜ਼ ਔਰ ਇਸੇ ਤਰੀਕੇ ਨਾਲ ਚੱਲਦਾ ਰਿਹਾ। ਹੋ ਸਕਦਾ ਕਿਸੇ ਦਿਨ ਪੰਜਾਬੀ ਨੂੰ ਔਨ ਅਰਾਈਵਲ ਵੀਜ਼ਾ ਕੈਨੇਡਾ 'ਚ ਮਿਲਣ ਲੱਗ ਪਵੇ। ਹੋ ਸਕਦਾ ਹੈ। ਔਰ ਵੈਸੇ ਤਾਂ ਇੱਕ ਮਜ਼ਾਕ ਵੀ ਕੀਤਾ ਜਾਂਦਾ ਕਿ ਕੈਨੇਡਾ ਨੂੰ ਕੈਨੇਡਾ ਕਹਿੰਦੇ ਨੇ। ਕਹਿੰਦੇ ਕਿਉਂ? ਕਹਿੰਦੇ ਬਠਿੰਡਾ ਕੈਨੇਡਾ ਇੱਕੋ ਜਿਹੇ ਲੱਗਦੇ ਨੇ, ਇੱਕੋ ਜਿਹੇ ਲੱਗਦੇ, ਭੈਣ ਭਾਈ ਲੱਗਦੇ। ਯੈਸ, ਕੈਨੇਡਾ ਨੂੰ ਬਠਿੰਡਾ ਬਣਾਤਾ। ਸੋ ਯੂ ਆਰ ਵੈਰੀ ਰਾਈਟ ਕਿ ਪੋਲੀਟੀਕਲ ਇਸ਼ੂ ਹੈ। ਇਕਨੋਮੀ ਨੂੰ ਦਰਕਨਾਰ ਕਰਕੇ ਇਸ ਵਕਤ ਪੋਲੀਟੀਕਲੀ ਸੋਚ ਰਹੇ ਨੇ। ਪਰ ਅੰਦਰ ਖਾਤੇ ਇਸ ਟਾਈਮ ਕੈਨੇਡਾ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਜਿਹੜੇ ਬੈਕਲੌਗਸ ਹਨ ਉਹਨਾਂ ਨੂੰ ਕਲੀਅਰ ਕੀਤਾ ਜਾਵੇ। ਤੁਸੀਂ ਦੇਖੋ ਨਵੇਂ ਮਿਨਿਸਟਰਸ ਆਏ, ਉਹਨਾਂ ਨੇ ਪੈਸੇ ਵੀ ਲਏ ਆਪਣੇ ਮੰਤਰਾਲੇ ਲਈ, ਔਰ ਬਹੁਤ ਸਾਰੇ ਬੰਦਿਆਂ ਦੀ ਭਰਤੀ ਵੀ ਕੀਤੀ। ਫਿਰ ਟਾਸਕ ਫੋਰਸ ਵੀ ਬਣੀ ਜਿਹੜੀ ਬਹੁਤ ਸਾਰੇ ਕੈਬਨਿਟ ਮੰਤਰੀਆਂ ਦੀ ਟਾਸਕ ਫੋਰਸ ਹੈ। ਅੱਜ ਵੀ ਜਿੰਨੇ ਇਮੀਗ੍ਰੇਸ਼ਨ ਦੇ ਮਸਲੇ ਨੇ ਉਹਨਾਂ ਵਿੱਚ ਸਾਰੇ ਮੰਤਰੀਆਂ ਦੀ ਸ਼ਮੂਲੀਅਤ ਹੈ, ਔਰ ਉਹ ਇਹਦੇ ਉੱਪਰ ਡਿਸੀਜਨਸ ਦਿੰਦੇ ਨੇ, ਇਹਦੇ ਉੱਪਰ ਆਪਣੀ ਰਿਪੋਰਟਸ ਦਿੰਦੇ ਨੇ, ਇਹਦੇ ਉੱਪਰ ਆਪਣੀ ਸਲਾਹ ਦਿੰਦੇ ਨੇ, ਮਸ਼ਵਰਾ ਦਿੰਦੇ ਨੇ ਕਿ ਇਸ ਚੀਜ਼ ਨੂੰ ਇਦਾਂ ਦਰੁਸਤ ਕੀਤਾ ਜਾ ਸਕਦਾ। ਔਰ ਇਹਦਾ ਇੱਕ ਫਾਇਦਾ ਬਹੁਤ ਵੱਡਾ ਜਿਹੜਾ ਹੋਇਆ ਸਟੂਡੈਂਟ ਐਪਲੀਕੇਸ਼ਨਸ ਲਈ ਹੋਇਆ ਕਿ ਸਟੂਡੈਂਟਸ ਦੇ ਬੈਕਲੌਗ ਬਹੁਤ ਘੱਟ ਨੇ।
ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਕੈਨੇਡਾ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਅੱਜਕੱਲ ਪਾਉਂਦੇ ਹੋ ਤਾਂ ਉਹਦਾ ਤੈਨੂੰ ਸਮਾਂ ਨਹੀਂ ਪਤਾ ਕਿ ਕਿੰਨਾ ਸਮਾਂ ਲੱਗੇਗਾ। ਰਾਈਟ। ਬਟ ਪਿਛਲੇ ਕੁਝ ਸਮੇਂ ਤੋਂ ਇਹ ਚੀਜ਼ ਤੈਅ ਹੋ ਗਈ ਆ ਕਿ ਕੈਨੇਡਾ ਦੇ ਵਿੱਚ ਹੁਣ ਜਿਹੜਾ ਸਟੂਡੈਂਟਸ ਆ ਇਸ ਟਾਈਮ 2.5 ਮਹੀਨੇ ਦੇ ਤਕਰੀਬਨ ਜਿਹੜਾ ਪਹੁੰਚ ਗਿਆ ਹੈ ਜਿਹੜਾ ਸਟੂਡੈਂਟ ਦਾ ਡਿਸੀਜਨ ਹੈ। ਸੋ ਅੱਜ ਐਪਲੀਕੇਸ਼ਨ ਪੈਂਦੀ ਹੈ ਤੇ ਉਹਨੂੰ 2.5 ਮਹੀਨੇ ਦਾ ਤੱਕ ਰਿਜ਼ਲਟ ਆ ਜਾਏਗਾ। ਸੋ ਕੁਝ ਸਮਾਂ ਪਹਿਲਾਂ 3 ਮਹੀਨੇ ਤੇ ਸੀ, 3 ਮਹੀਨੇ ਤੋਂ ਹੌਲੀ ਹੌਲੀ ਕਰਦੇ ਇਸ ਟਾਈਮ 2.5 ਮਹੀਨੇ ਦੇ ਉੱਪਰ ਆ ਔਰ ਇਹ ਹੌਲੀ ਹੌਲੀ ਹੋਰ ਸ਼ਰਿੰਕ ਕਰੇਗਾ। ਔਰ ਕੈਨੇਡਾ ਤਕਰੀਬਨ ਕੈਨੇਡਾ ਹਰ ਜੋ ਕੋਸ਼ਿਸ਼ ਕਰ ਰਿਹਾ ਕਿ ਦਸੰਬਰ 2022 ਤੱਕ ਹਰ ਇੱਕ ਪੁਰਾਣਾ ਬੈਕਲੌਗ, ਹਰ ਇੱਕ ਪੁਰਾਣਾ ਸਿਸਟਮ, ਹਰ ਇੱਕ ਚੀਜ਼ ਨੂੰ ਇੱਕ ਤਰੀਕੇ ਨਾਲ ਖਤਮ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ 2023 ਦਾ ਨਵਾਂ ਸਾਲ ਚੜ੍ਹ ਰਿਹਾ ਹੈ ਉਹਦੇ ਵਿੱਚ ਇਹ ਦਾਗ ਧੁੱਲ ਜਾਵੇ ਵੀ ਕੈਨੇਡਾ ਬੈਕਲੌਗਸ ਵਾਲਾ ਕੰਟਰੀ ਹੈ, ਫਰੈਸ਼ ਹੋ ਜਾਏ। ਯੈਸ, ਉਹ ਕੈਨੇਡਾ ਨਵੀਆਂ ਐਪਲੀਕੇਸ਼ਨਸ, ਨਵੇਂ ਤਰੀਕੇ ਨਾਲ, ਨਵੀਆਂ ਥਿਊਰੀਜ਼, ਨਵੀਆਂ ਤੁਹਾਨੂੰ ਡਿਮਾਂਡਸ, ਨਵੀਆਂ ਸਪਲਾਈਜ਼ ਤੁਹਾਨੂੰ ਕੈਨੇਡਾ ਦੇ ਹਰ ਰੀਜਨ ਦੇ ਵਿੱਚ ਹੌਲੀ ਹੌਲੀ ਤੁਹਾਨੂੰ ਕੰਟਰੀਬਿਊਸ਼ਨ ਦਿਸੇਗੀ। ਸੋ 2023 ਲਈ ਕੈਨੇਡਾ ਇਹੀ ਕਾਮਨਾ ਕਰ ਰਿਹਾ ਕਿ ਸਾਡੇ ਕੋਲ ਜਿਹੜਾ ਆਉਣ ਵਾਲਾ ਵਰ੍ਹਾ ਆ ਯੈਸ ਉਹ ਅਸੀਂ ਇਹਨਾਂ ਦਾਗਾਂ ਤੋਂ ਪਿੱਛਾ ਛੁਡਾ ਲਈਏ ਜੋ 20 ਤੋਂ 22 ਤੱਕ ਉਹਨਾਂ ਦੇ ਲੱਗੇ ਨੇ। ਰਾਈਟ ਰਾਈਟ, ਬਿਕੋਜ਼ ਛੁਡਾਉਣਾ ਪਏਗਾ ਕਿਉਂਕਿ ਸਾਰੀ ਇਕਨੋਮੀ ਹੀ ਇਮੀਗ੍ਰੇਸ਼ਨ ਦੇ ਉੱਤੇ ਬੇਸਡ ਆ ਉਹਨਾਂ ਦੀ, ਇਸ ਕਰਕੇ ਉਹਨਾਂ ਨੂੰ ਇਹ ਕੰਮ ਕਰਨਾ ਪਏਗਾ। ਬੈਕਲੌਗਸ ਨੇ ਬੇਸਿਕਲੀ ਕੈਨੇਡਾ ਦੀ ਕ੍ਰੈਡੀਬਿਲਿਟੀ ਦੇ ਉੱਪਰ ਸਵਾਲ ਖੜੇ ਕਰਤੇ ਨੇ। ਬਹੁਤ ਸਾਰੇ ਸਵਾਲ, ਜਿੱਦਾਂ ਅਸੀਂ ਹੁਣੇ ਪੋਲੀਟੀਕਲ ਐਂਗਲ ਲੱਭਣ ਲੱਗ ਪਏ ਆ, ਬਹੁਤ ਸਾਰੇ ਸਵਾਲ ਖੜੇ ਹੋਣ ਲੱਗ ਪਏ ਨੇ। ਸੋ ਇਦਾਂ ਹੀ ਬਹੁਤ ਸਾਰੇ ਹੋ ਸਕਦਾ ਲੱਭਣ ਲੱਗੇ ਹੁਣ ਹੋਰ ਨਵੇਂ ਮਸਲੇ ਕੀ ਆ। ਸੋ ਕੈਨੇਡਾ ਨੇ ਜਿਹੜੀ ਆਪਣੀ ਕ੍ਰੈਡੀਬਿਲਿਟੀ ਲੂਜ਼ ਕੀਤੀ ਹੈ, ਕੈਨੇਡਾ ਉਹ ਕ੍ਰੈਡੀਬਿਲਿਟੀ ਲਗਾਤਾਰ ਲੂਜ਼ ਕਰਨ ਵਾਲਿਆਂ ਚੋਂ ਨਹੀਂ ਹੈਗਾ, ਰੀਗੇਨ ਕਰੇਗਾ। ਹਾਂ, ਔਰ ਕੈਨੇਡਾ ਨੇ ਨਾ ਹੀ ਕੁਆਲਿਟੀ ਕੰਪਰੋਮਾਈਜ਼ ਕਰਨਾ ਹੈ। ਕੈਨੇਡਾ ਦੀ ਜਿਹੜੀ ਐਪਲੀਕੇਸ਼ਨਸ ਦਾ ਮਿਆਰ, ਪੱਧਰ, ਪਰਸੈਂਟੇਜ, ਸਕੋਰਿੰਗ ਉਹ ਉੱਚੀ ਹੁੰਦੀ ਜਾਏਗੀ। ਕੈਨੇਡਾ ਦੇ ਵਿੱਚ ਚੰਗੀ ਲਿਆਕਤ ਵਾਲੇ ਬੱਚੇ ਜਾਣਗੇ ਔਰ ਯੈਸ ਉਹ ਇੱਕ ਜਗ੍ਹਾ ਦੀ ਜਾ ਕੇ ਹੁਣ ਪੂਰੇ ਦੁਨੀਆ ਦੇ ਵਿੱਚੋਂ ਬੱਚੇ ਜਾਣ ਲੱਗ ਪਏ ਨੇ। ਐਗਜ਼ੈਕਟਲੀ। ਔਰ ਇੱਕ ਚੀਜ਼ ਹੋਰ ਵੀ ਆ, ਜਿਸ ਤਰ੍ਹਾਂ ਹੁਣ ਕੈਨੇਡਾ ਦੀ ਆਪਾਂ ਗੱਲ ਕਰ ਰਹੇ ਹਾਂ ਔਰ ਦੁਬਾਰਾ ਤੋਂ ਵਿਸ਼ਵਾਸ ਬਣਾਉਣ ਵਾਸਤੇ ਉਹਨਾਂ ਨੂੰ ਮਿਹਨਤ ਵੀ ਬਹੁਤ ਕਰਨੀ ਪੈਣੀ ਹੈ, ਆਪਾਂ ਸਾਰੇ ਜਾਣਦੇ ਹਾਂ। ਵੈਸੇ ਵੀ ਉਹਨਾਂ ਨੇ ਆਪਣਾ ਸਾਰਾ ਸਿਸਟਮ ਅਪਗ੍ਰੇਡ ਕੀਤਾ, ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਸ ਬਿਜ਼ਨਸ ਨੂੰ ਲੈ ਕੇ। ਸੋ ਨਾਲ ਆਪਾਂ ਗੱਲ ਵੀ ਕਰਾਂਗੇ ਅਮਰੀਕਾ ਦੀ, ਕਿਉਂਕਿ ਦੂਸਰਾ ਡੈਸਟੀਨੇਸ਼ਨ ਸਾਡਾ ਅਮਰੀਕਾ ਹੁੰਦਾ, ਸੈਕਿੰਡ ਜੋ ਅਸੀਂ ਥਾਟ ਰੱਖਦੇ ਹਾਂ ਆਪਣੇ ਅੰਦਰ। ਸੋ ਵਾਟ ਅਬਾਊਟ ਅਮਰੀਕਾ? ਅਮਰੀਕਾ ਦਾ ਇਸ ਵਕਤ ਕੀ ਸਿਚੁਏਸ਼ਨ ਹੈ ਸਾਰੇ ਵੀਜ਼ਾਸ ਨੂੰ ਲੈ ਕੇ? ਅਮਰੀਕਾ ਟੂਰਿਸਟ ਵੀਜ਼ਾ ਐਪਲੀਕੇਸ਼ਨਸ ਖੁੱਲ ਗਈਆਂ ਨੇ ਹੁਣ, ਟੂਰਿਸਟ ਵੀਜ਼ਾ ਦੀਆਂ ਅਪਾਇੰਟਮੈਂਟਸ ਮਿਲਣੀਆਂ ਸ਼ੁਰੂ ਹੋ ਗਈਆਂ। ਬਹੁਤ ਸਾਰੇ ਐਪਲੀਕੈਂਟਸ ਉਹਨਾਂ ਨੂੰ ਹਾਲੇ ਨਿਰਾਸ਼ਾ ਮਿਲਦੀ ਹੋਏਗੀ ਕਿ ਸਾਨੂੰ ਪੋਰਟਲਸ ਦੇ ਉੱਪਰ ਨਹੀਂ ਦਿਸਦੀਆਂ, ਬਟ ਤੁਹਾਨੂੰ ਥੋੜਾ ਬਹੁਤ ਟਾਈਮ ਹੋਰ ਸਪੈਂਡ ਕਰਨਾ ਪਊਗਾ ਸਲੋਟਸ ਮਿਲਣ ਲਈ, ਬਿਕੋਜ਼ ਸਲੋਟ ਸਾਰੇ ਇੱਕਦਮ ਨਹੀਂ ਖੁੱਲੇ ਮਿਲਣਗੇ ਤੁਹਾਨੂੰ। ਔਰ ਬਹੁਤ ਸਾਰੀਆਂ ਜਿਹੜੀਆਂ ਐਪਲੀਕੈਂਟਸ ਆ ਉਹ ਸੈਪਟੰਬਰ ਔਨਵਰਡਸ ਅੰਬੈਸੀ ਦਾ ਮੂੰਹ ਦੇਖ ਸਕਣਗੇ, ਅੰਬੈਸੀ ਦੇ ਵਿੱਚ ਜਾ ਸਕਣਗੇ। ਸੋ ਸਾਡਾ ਵੀ ਤਕਰੀਬਨ ਪੁਰਾਣਾ ਬੈਕਲੌਗ ਕਾਫੀ ਹੈ ਯੂਐਸ ਨੂੰ ਲੈ ਕੇ, ਬਿਕੋਜ਼ ਐਪਲੀਕੇਸ਼ਨਸ ਆਉਂਦੀਆਂ ਰਹੀਆਂ ਤਾਂ ਉਸ ਸਮੇਂ ਦੇ ਨਾਲ ਕਿਉਂਕਿ ਅੰਬੈਸੀ ਬੰਸੀ ਨਹੀਂ ਡੀਲ ਹੋਈਆਂ। ਸੋ ਯੈਸ ਉਹਨਾਂ ਸਭ ਦਾ ਵੀ ਸਮਾਂ ਆ ਰਿਹਾ। ਸੋ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਆ, ਸਟੂਡੈਂਟਸ ਨੂੰ ਇਸ ਟਾਈਮ ਤਕਰੀਬਨ ਸਾਰੇ ਪਾਸੇ ਕੌਂਸੂਲੇਟਸ ਵਿੱਚੋਂ ਚੰਗੀ ਸਫਲਤਾ ਮਿਲ ਰਹੀ ਹੈ। ਬਟ ਬਹੁਤ ਸਾਰੇ ਬੱਚੇ ਯੂਐਸ ਵਿੱਚ ਵੀ ਰਿਫਿਊਜ਼ਲ ਦਾ ਸ਼ਿਕਾਰ ਹੋ ਰਹੇ ਨੇ। ਉਹ ਬੱਚੇ ਸ਼ਿਕਾਰ ਹੋ ਰਹੇ ਨੇ ਜਿਹੜੇ ਇਹ ਸੋਚ ਕੇ ਚੱਲਦੇ ਆ ਕਿ ਕੋਈ ਨਹੀਂ, 2-4 ਸਵਾਲ ਪੁੱਛਣੇ ਤੇ ਕੰਮ ਨਿਬੜ ਜਾਣਾ। ਸੋ ਜਿਹੜੇ ਸਟੂਡੈਂਟ ਮਿਹਨਤ ਕਰਕੇ ਨਹੀਂ ਜਾਂਦੇ, ਜਿਹੜੇ ਸਟੂਡੈਂਟਸ ਰਿਸਰਚ ਕਰਕੇ ਨਹੀਂ ਜਾਂਦੇ, ਜਿਨ੍ਹਾਂ ਦੀ ਕਮਿਊਨੀਕੇਸ਼ਨ ਚੰਗੀ ਨਹੀਂ ਹੈਗੀ, ਉਹ ਬੱਚਿਆਂ ਨੂੰ ਅਮਰੀਕਾ ਅਪਲਾਈ ਕਰਨ ਦਾ ਲੋੜ ਨਹੀਂ ਹੈਗੀ। ਸੋ ਜਿਹੜੇ ਬੱਚੇ ਥੋੜੀ ਬਹੁਤ ਮਿਹਨਤ ਕਰ ਸਕਦੇ ਆ, ਆਪਣੇ ਪ੍ਰੋਫਾਈਲਸ ਨੂੰ ਪੜ੍ਹ ਸਕਦੇ ਆ ਔਰ ਆਪਣੇ ਪ੍ਰੋਫਾਈਲਸ ਵੀਜ਼ਾ ਅਫਸਰ ਨੂੰ ਇੰਗਲਿਸ਼ ਦੇ ਵਿੱਚ ਗੱਲਬਾਤ ਕਰਕੇ ਸਮਝਾ ਸਕਦੇ ਆ, ਉਹ ਸਾਰਿਆਂ ਲਈ ਯੂਐਸ ਦਾ ਰਸਤਾ ਬੜਾ ਆਸਾਨ ਹੈ। ਖਾਸ ਕਰਕੇ ਕੈਨੇਡਾ ਦਾ ਬਹੁਤ ਸਾਰਾ ਡ੍ਰੌਪ ਆਊਟ ਜਿਹੜਾ ਆ ਉਹ ਤਕਰੀਬਨ 2 ਮੁਲਕਾਂ ਨੂੰ ਸ਼ਿਫਟ ਹੋਇਆ, ਉਹ ਯੂਐਸਏ ਨੂੰ ਤੇ ਯੂਕੇ ਨੂੰ। ਯੂਕੇ ਨੂੰ ਵੀ ਬਹੁਤ ਵਧੀਆ ਤਾਦਾਦ ਦੇ ਵਿੱਚ ਨੰਬਰਸ ਗਏ ਨੇ ਔਰ ਕੈਨੇਡਾ ਤੋਂ ਅਮਰੀਕਾ ਨੂੰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਟੂਡੈਂਟਸ ਦੇ ਨੰਬਰ ਗਏ ਆ। ਸੋ ਦੂਸਰੇ ਮੁਲਕ ਵੀ ਇਹਦੀ ਖੱਟੀ ਖੱਟ ਰਹੇ ਨੇ, ਬਿਕੋਜ਼ ਕੈਨੇਡਾ ਦੀ ਜਿਹੜੀ ਐਪਲੀਕੇਸ਼ਨਸ ਦਾ ਜਿਹੜਾ ਡ੍ਰੌਪ ਆਊਟ ਹੈ ਉਹ ਬਹੁਤ ਜ਼ਿਆਦਾ ਆ। ਔਰ ਦੂਸਰੀ ਗੱਲ ਹੈ ਕਿ ਕੈਨੇਡਾ ਵਾਲਾ ਸਟੂਡੈਂਟ ਬਾਈ ਡਿਫਾਲਟ 6 ਬੈਂਡ ਵਾਲਾ ਹੁੰਦਾ ਹੈ ਔਰ 6 ਬੈਂਡ ਹੀ ਤਕਰੀਬਨ ਸਾਰੇ ਮੁਲਕਾਂ ਦੀ ਜਿਹੜੀ ਬੈਂਚਮਾਰਕ ਹੈ। ਸੋ ਇਸ ਕਰਕੇ 6 ਬੈਂਡ ਤੋਂ ਇਲਾਵਾ ਇਹ ਦੋਨੋਂ ਮੁਲਕ ਬਿਨਾਂ ਆਈਲੈਟਸ ਤੋਂ ਵੀ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਦੇ ਆ। ਸੋ ਜਿਹਦਾ ਕਰਕੇ ਆਈਲੈਟਸ ਵਾਲਾ ਸਕੋਰ ਵਾਲਾ ਬੱਚਾ ਉਹ ਬਹੁਤ ਸੌਖਾ ਇਹਨਾਂ ਮੁਲਕਾਂ ਦਾ ਵੀਜ਼ਾ ਲੈ ਸਕਦਾ ਹੈ। ਰਾਈਟ। ਸੋ ਯੂਐਸਏ ਔਰ ਯੂਕੇ ਦੋਨੋਂ ਐਸੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਦੇ ਵੀਜ਼ਾਸ ਚੰਗੇ ਨਿਕਲ ਰਹੇ ਨੇ ਔਰ ਸਟੂਡੈਂਟਸ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਸੋ ਕੈਨੇਡਾ ਵਾਲੇ ਸਟੂਡੈਂਟਸ ਲਈ ਹਾਲੇ ਥੋੜਾ ਬਹੁਤ ਸਮਾਂ ਹੈਗਾ। ਔਰ ਫਾਈਨਲੀ ਇੱਕ ਹੋਰ ਨਵਾਂ ਕੰਟਰੀ ਆ ਜੋ ਕਿ ਬਹੁਤ ਜ਼ਿਆਦਾ ਪਪੂਲਰ ਡੈਸਟੀਨੇਸ਼ਨ ਸੀ, ਨਿਊਜ਼ੀਲੈਂਡ। ਯੈਸ, ਨਿਊਜ਼ੀਲੈਂਡ 1 ਅਗਸਤ ਤੋਂ ਟੂਰਿਸਟ ਵੀਜ਼ਾਸ ਨੂੰ ਵੀ ਸ਼ੁਰੂ ਕਰਨ ਜਾ ਰਿਹਾ ਹੈ। ਸੋ ਨਿਊਜ਼ੀਲੈਂਡ ਨੇ ਹਾਲੇ ਤੱਕ ਆਪਣੀ ਬੰਦਰਗਾਹ ਤੇ ਕਿਸੇ ਨੂੰ ਲੱਗਣ ਨਹੀਂ ਦਿੱਤਾ ਸੀ। ਰਾਈਟ। ਸੋ 1 ਅਗਸਤ ਤੋਂ ਉਹਨਾਂ ਨੇ ਬੇੜਿਆਂ ਨੂੰ, ਬਾਹਰਲੇ ਲੋਕਾਂ ਨੂੰ, ਜਿਹੜੇ 에ਅਰ ਟਰੈਵਲ ਵਾਲੇ ਲੋਕਾਂ ਨੂੰ ਪ੍ਰਵਾਨਗੀ ਦੇਤੀ ਹੈ ਕਿ ਜਿਹੜੇ ਟੂਰਿਸਟ ਵੀਜ਼ਾ ਤੇ ਆਉਣਾ ਚਾਹੁੰਦੇ, ਘੁੰਮਣ ਫਿਰਨ ਆਉਣਾ ਚਾਹੁੰਦੇ, ਸੈਰ ਸਪਾਟਾ ਆਉਣਾ ਚਾਹੁੰਦੇ, ਉਹ ਆ ਸਕਦੇ ਨੇ। ਬਹੁਤ ਸਾਰੇ ਬੱਚਿਆਂ ਕੋਲ ਜਦੋਂ ਲਾਕਡਾਊਨ ਹੋਇਆ ਨਿਊਜ਼ੀਲੈਂਡ ਦੇ ਵੈਲਿਡ ਵੀਜ਼ਾ ਸੀਗੇ, ਸੋ ਉਹ ਬੱਚੇ ਵਾਪਸ ਕਦੀ ਵੀ ਨਿਊਜ਼ੀਲੈਂਡ ਨਹੀਂ ਪਰਤ ਸਕੇ। ਸੋ ਉਹਨਾਂ ਕੋਲ ਹੁਣ ਸਮਾਂ ਆ, ਉਹ ਆਪਣੀ ਐਪਲੀਕੇਸ਼ਨਸ ਲਾ ਕੇ ਦੁਬਾਰਾ, ਹਾਲਾਂਕਿ ਉਹਨਾਂ ਨੂੰ ਵੀਜ਼ਾ ਦੁਬਾਰਾ ਲੈਣਾ ਪਊਗਾ,
ਸੋ ਉਹ ਆਪਣੀ ਐਪਲੀਕੇਸ਼ਨਸ ਲਾ ਕੇ ਹੁਣ ਨਿਊਜ਼ੀਲੈਂਡ ਦਾ ਸਫ਼ਰ ਆਪਣਾ ਤੈਅ ਕਰ ਸਕਦੇ ਆ। ਦੈਟਸ ਸੋ ਗ੍ਰੇਟ। ਨਿਊਜ਼ੀਲੈਂਡ ਇੱਕ ਐਸਾ ਡੈਸਟੀਨੇਸ਼ਨ ਰਿਹਾ ਆ ਜਿਹੜਾ ਕਿ ਕਿਸੇ ਜ਼ਮਾਨੇ 'ਚ ਵਨ ਆਫ ਦਾ ਟੌਪ ਡੈਸਟੀਨੇਸ਼ਨਸ ਰਹਿੰਦੇ ਸੀ। ਸੋ ਉਹਨਾਂ ਦੇ ਵਿੱਚੋਂ ਆ। ਸੋ ਨਿਊਜ਼ੀਲੈਂਡ ਤੋਂ ਹੀ ਪਾਪੂਲੇਸ਼ਨ ਬਹੁਤ ਸਾਰੀ ਸਟੂਡੈਂਟਸ ਜਿਹੜੀ ਆ ਕੈਨੇਡਾ ਨੂੰ ਸਵਿਚ ਹੋਈ ਆ। ਸੋ ਉਸ ਤੋਂ ਪਹਿਲਾਂ ਇਦਾਂ ਹੀ ਨੰਬਰ ਜਿਹੜੇ ਬਹੁਤ ਵੱਡਾ ਨੰਬਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਵੀ ਜਾਂਦਾ ਸੀ। ਸੋ ਬਾਈ ਦਾ ਐਂਡ ਆਫ ਦਿਸ ਈਅਰ ਨਿਊਜ਼ੀਲੈਂਡ ਇੱਕ ਚੰਗੇ ਕੰਟਰੀ ਵਾਂਗੂ ਐਸਟੈਬਲਿਸ਼ ਹੋ ਜਾਏਗਾ। ਸਟੂਡੈਂਟਸ ਦਾ ਫਲੋ, ਟੂਰਿਸਟ ਦਾ ਫਲੋ, ਇਹ ਸਭ ਰੈਗੂਲਰ ਹੋਣ ਵਾਲੇ ਆ। ਔਰ ਫਰਦਰ ਆਸਟ੍ਰੇਲੀਆ ਆ, ਆਸਟ੍ਰੇਲੀਆ ਦੇ ਵਿੱਚ ਵਰਲਡ ਕੱਪ ਆ ਨੈਕਸਟ ਮੰਥ। ਸੋ ਕਾਫੀ ਲੋਕ ਜਾਣਗੇ। ਉਹਦੇ ਲਈ ਬਹੁਤ ਸਾਰੇ ਵੀਜ਼ਾਸ ਮਿਲਣਗੇ। ਸੋ ਟੂਰਿਸਟ ਵੀਜ਼ਾਸ ਖੈਰ ਇਸ ਟਾਈਮ ਵੀ ਜਿਹੜਾ ਆਸਟ੍ਰੇਲੀਆ ਦਾ ਕਾਫੀ ਸੌਖਾ ਮਿਲ ਰਿਹਾ। 3 ਸਾਲ ਦਾ ਵੀਜ਼ਾ ਮਿਲ ਜਾਂਦਾ ਅੱਜ ਕੱਲ੍ਹ। ਸੋ ਐਪਲੀਕੈਂਟਸ ਨੂੰ 3 ਮਹੀਨੇ ਦੀ ਐਂਟਰੀ ਹੁੰਦੀ, ਹਾਲਾਂਕਿ ਉਹਦੇ ਪਰ ਜਿਹੜਾ ਵੀਜ਼ਾ ਦੀ ਡਿਊਰੇਸ਼ਨ ਆ 22 ਤੋਂ 25 ਤੱਕ ਦੀ ਮਿਲ ਜਾਂਦੀ ਹੈ। ਸੋ ਇਹ ਅੱਜ ਤੱਕ ਦਾ ਲੌਂਗੈਸਟ ਵੀਜ਼ਾ ਡਿਊਰੇਸ਼ਨ ਹੈ। ਨਾਰਮਲੀ 3 ਮਹੀਨੇ ਦਾ ਜਾਂ 1 ਸਾਲ ਦਾ ਵੀਜ਼ਾ ਆਸਟ੍ਰੇਲੀਆ ਹਮੇਸ਼ਾ ਦਿਆ ਕਰਦਾ ਸੀ। ਸੋ ਇਸ ਸਮੇਂ ਦੇ ਵਿੱਚ ਉਹ ਵੀ 3 ਸਾਲ ਦੀ ਜਿਹੜੀ ਉਹਨਾਂ ਨੇ ਡਿਊਰੇਸ਼ਨ ਕਰਤੀ ਹੈ। ਸੋ ਆਬਵੀਅਸਲੀ ਸਮਾਂ ਟੂਰਿਜ਼ਮ ਦਾ ਸ਼ੁਰੂ ਹੋ ਗਿਆ ਹੈ। ਸਮਾਂ ਸਟੂਡੈਂਟਸ ਦਾ ਕਦੀ ਰੁਕਿਆ ਨਹੀਂ ਆ। ਯੈਸ। ਔਰ ਇਹਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਟਰੈਵਲਿੰਗ ਹੈ ਉਹ ਇੱਕਦਮ ਪਹਿਲਾਂ ਜਿੱਦਾਂ ਅਸੀਂ ਆਜ਼ਾਦ ਪੰਛੀ ਵਾਂਗੂ ਉੜ ਕੇ ਕਦੀ ਇੱਥੋਂ ਕਦੀ ਉੱਥੇ ਪਹੁੰਚਦੇ ਫਿਰਦੇ ਸੀ, ਉਹ ਸਮਾਂ ਇਸ ਸਾਲ ਦੇ ਅਖੀਰ ਤੱਕ ਆਉਂਦਿਆਂ ਦੁਬਾਰਾ ਉਸੇ ਤਰੀਕੇ ਨਾਲ ਮੁੜ ਬਹਾਲ ਪੋਸਿਬਿਲਿਟੀਜ਼ देयर। ਯੈਸ, ਮੁੜ ਬਹਾਲ ਹੋ ਜਾਣਾ। ਔਰ ਇਹਦੇ ਬਹੁਤ ਅੱਛੇ ਸੰਕੇਤ ਦਿਖ ਰਹੇ ਨੇ, ਬੜੇ ਸੌਖੇ ਤਰੀਕੇ ਨਾਲ ਇਹ ਬਹਾਲ ਹੋ ਜਾਣਾ ਹੈ। ਰਾਈਟ। ਤੁਸੀਂ ਜ਼ਿਕਰ ਕੀਤਾ ਸੀ ਯੂਕੇ ਦਾ ਕਿ ਜਿਹੜਾ ਆਪਣਾ ਸਾਰਾ ਟ੍ਰੈਫਿਕ ਹੈ ਕੈਨੇਡਾ ਦਾ ਉਹ ਡਾਈਵਰਟ ਹੋ ਕੇ ਆਈਦਰ ਟੂ ਯੂਐਸਏ ਔਰ ਟੂ ਯੂਕੇ ਚਲਾ ਗਿਆ, ਯੂਕੇ ਸ਼ਿਫਟ ਹੋਇਆ ਹੈ। ਸੋ ਯੂਕੇ ਦਾ ਕੀ ਸਟੇਟਸ ਹੈ? ਆਪਾਂ ਥੋੜਾ ਬਰੀਫ ਉਹ ਵੀ ਗੱਲ ਕਰ ਲਈਏ ਕਿਉਂਕਿ ਸਮਾਂ ਵੀ ਆਪਣਾ ਹੋ ਰਿਹਾ ਹੈ। ਦੇਖੋ, ਯੂਕੇ ਨੇ ਸ਼ੁਰੂਆਤ ਬਹੁਤ ਅੱਛੀ ਕੀਤੀ ਹੈ। ਯੂਕੇ ਨੇ 10 ਸਾਲ ਬਾਅਦ ਵੀਜ਼ਾਸ ਓਪਨ ਕੀਤੇ ਆ ਔਰ ਯੂਕੇ ਨੇ ਜਿਹੜੀਆਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕੀਤੀਆਂ ਉਹ ਪੀਆਰ ਦੇ ਕਨਸੈਪਟਾਂ ਨਾਲ ਲੈਣੀਆਂ ਸ਼ੁਰੂ ਕੀਤੀਆਂ ਹੈ। ਓਕੇ। ਸੋ ਯੂਕੇ ਨੇ ਤਕਰੀਬਨ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਤਕਰੀਕੇ ਨਾਲ ਕਾਪੀ ਕੀਤੀ ਹੈ। ਸੋ ਪੁਆਇੰਟਾਂ ਦੇ ਆਧਾਰ ਤੇ, ਪੀਆਰ ਦੇ ਆਧਾਰ ਤੇ, ਸੋ ਜੌਬਸ ਦੇ ਆਧਾਰ ਤੇ, ਨੰਬਰਸ ਦੇ ਆਧਾਰ ਤੇ, ਸੋ ਇੱਕ ਸਟੂਡੈਂਟ ਦੀ ਐਸਟੈਬਲਿਸ਼ਮੈਂਟ ਨੂੰ ਵੇਖਦੇ ਹੋਏ ਸਟੂਡੈਂਟ ਪੀਆਰ ਲੈ ਸਕਦਾ ਹੈ। ਔਰ ਬਹੁਤ ਸਾਰੇ ਪੇਰੈਂਟਸ ਨੂੰ, ਬੱਚਿਆਂ ਨੂੰ ਇਹ ਨਹੀਂ ਪਤਾ ਕਿ ਯੂਕੇ ਪੀਆਰ ਦਿੰਦਾ ਹੈ, ਬਿਕੋਜ਼ ਸਭ ਦੇ ਮਨ ਦੇ ਵਿੱਚ ਕੀ ਹੈ ਕਿ ਯੂਕੇ ਉਹ ਕੰਟਰੀ ਹੈ ਜਿਹੜਾ ਕਦੀ ਪੱਕੇ ਨਹੀਂ ਹੋਣ ਦਿੰਦਾ। ਬਟ 1 ਜਨਵਰੀ 2021 ਤੋਂ ਨਵੀਂ ਪਾਲਿਸੀ ਆਈ ਹੈ, ਨਵਾਂ ਕਾਨੂੰਨ ਆਇਆ ਜਿਹਦੇ ਵਿੱਚ ਕਿ 70 ਪੁਆਇੰਟਸ ਲੈ ਕੇ ਤੁਸੀਂ ਪੀਆਰ ਹਾਸਲ ਕਰ ਸਕਦੇ ਹੋ। ਔਰ 70 ਦੇ ਵਿੱਚੋਂ 50 ਪੁਆਇੰਟ ਇਕੱਲੀ ਜੌਬ ਦੇ ਆ, 20 ਪੁਆਇੰਟ ਤੁਹਾਡੀ ਐਸਟੈਬਲਿਸ਼ਮੈਂਟ ਦੇ ਆ ਜਿਹੜੀ ਇਨਕਮ ਦੀ ਹੈ। ਸੋ ਇਹ ਪਹਿਲਾਂ ਵੀ ਇੱਕ ਹਾਈਲੀ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਯੂਕੇ 'ਚ ਹੁੰਦਾ ਸੀ ਜਿਹਦੇ ਵਿੱਚ ਕਿ ਐਪਲੀਕੈਂਟਸ ਨੂੰ ਤਕਰੀਬਨ ਜਿਹੜੀ ਇਨਕਮ ਆ ਉਹ $50,000 ਦੇ ਕਰੀਬ ਐਨੂਅਲ ਚਾਹੀਦੀ ਹੁੰਦੀ ਸੀ। ਸੋ ਉਹਨੂੰ ਘਟਾ ਕੇ ਬਿਲਕੁਲ ਅੱਧਾ ਕਰਤਾ ਹੈ ਹੁਣ। ਸੋ ਇਸ ਟਾਈਮ 25,600 ਪਾਉਂਡ ਦੀ ਲਿਮਿਟ ਹੈ। ਸੋ ਅਗਰ ਤੁਸੀਂ ਇੰਨੇ ਪੈਸੇ ਕਮਾਉਂਦੇ ਹੋ ਤਾਂ 20 ਪੁਆਇੰਟ ਤੁਹਾਨੂੰ ਉਹਦੇ ਵੀ ਮਿਲ ਜਾਂਦੇ ਆ। ਸੋ ਜੌਬ ਹੋ ਗਈ। ਸੋ ਅਗਰ ਸਟੂਡੈਂਟ ਇੰਗਲਿਸ਼ ਬੋਲਦਾ ਆ ਔਰ ਅਗਰ ਉਹ 25,600 ਪਾਉਂਡ ਸਾਲ ਦੇ ਕਮਾਉਂਦਾ ਆ 3 ਸ਼ਰਤਾਂ ਦੇ ਆਧਾਰ ਤੇ ਪੀਆਰ ਹੈ। ਸੋ ਯੂਕੇ ਇਸ ਟਾਈਮ ਦੇ ਵਿੱਚ ਅਗਰ ਮੈਂ ਬਾਕੀ ਕੰਟਰੀਜ਼ ਨਾਲ ਕੰਪੈਰੀਜ਼ਨ ਕਰਕੇ ਵੇਖੀ, ਹਾਲਾਂਕਿ ਕਰਨਾ ਨਹੀਂ ਚਾਹੀਦਾ ਬਿਕੋਜ਼ ਹਰ ਕੰਟਰੀ ਦੀ ਆਪੋ ਆਪਣੀ ਖੂਬਸੂਰਤੀ ਹੈ, ਰਿਕੁਆਇਰਮੈਂਟ ਆ। ਬਿਕੋਜ਼ ਤੁਸੀਂ ਯੂਐਸ ਨੂੰ, ਕੈਨੇਡਾ ਨੂੰ, ਯੂਕੇ ਨੂੰ ਆਪਸ ਵਿੱਚ ਕੰਪੇਅਰ ਨਹੀਂ ਕਰ ਸਕਦੇ। ਬਟ ਸਟਿਲ ਇਨ ਟਰਮਸ ਆਫ ਮੇਕਿੰਗ ਮਨੀ, ਇਨ ਟਰਮਸ ਆਫ ਕੁਆਲਿਟੀ ਐਜੂਕੇਸ਼ਨ, ਇਨ ਟਰਮਸ ਆਫ ਐਸਟੈਬਲਿਸ਼ਮੈਂਟਸ, ਮੈਨੂੰ ਅੱਜ ਵੀ ਯੂਕੇ ਨੂੰ ਸਭ ਤੋਂ ਉੱਪਰ ਰੈਂਕ ਕਰਨਾ ਪੈਂਦਾ ਆ। ਬਿਕੋਜ਼ ਜਿੰਨੀਆਂ ਖਾਸੀਅਤਾਂ ਨੇ ਯੂਕੇ ਦੀ ਐਜੂਕੇਸ਼ਨ ਦੇ ਵਿੱਚ ਨੇ ਉਹ ਖੈਰ ਸਾਡੀ ਪੂਰੀ ਦੁਨੀਆ ਦੀ ਜਿਹੜੀ ਸੁਪਰ ਸਪੈਸ਼ਲਾਈਜ਼ਡ ਐਜੂਕੇਸ਼ਨ ਹੋਰ ਕਿਤੇ ਨਹੀਂ ਹੈਗੀ। ਓਕੇ। ਸੋ ਯੂਕੇ ਦੇ ਵਿੱਚ ਸਟੂਡੈਂਟਸ ਦੇ ਜਿਹੜੇ ਕਰੀਅਰਸ ਨੇ ਉਹ ਐਜੂਕੇਸ਼ਨ ਨਾਲ ਲਿੰਕ ਹੁੰਦੇ ਆ। ਸੋ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਯੂਕੇ ਪੜ੍ਹਿਆ ਲਿਖਿਆ ਬੱਚਾ ਜਿਹੜਾ ਆ ਉਹਦਾ ਕਰੀਅਰ ਅਲੱਗ ਮੁਕਾਮ ਤੇ ਹੋਏਗਾ। ਇਹ ਇਸ ਚੀਜ਼ ਦੀ ਗਾਰੰਟੀ ਹੋ ਜਾਂਦੀ ਹੈ ਬਿਕੋਜ਼ ਯੂਕੇ ਯੂਨੀਵਰਸਿਟੀਜ਼ ਕੋਈ 1500 ਸਾਲ ਪੁਰਾਣੀਆਂ, 1200 ਸਾਲ ਪੁਰਾਣੀਆਂ, 1000 ਸਾਲ ਪੁਰਾਣੀ ਯੂਨੀਵਰਸਿਟੀਜ਼ ਨੇ ਔਰ ਉਹ ਇੱਕ ਐਜੂਕੇਸ਼ਨ ਦੀ ਵੱਖਰੀ ਲੈਗੇਸੀ ਹੈ ਕਿ ਜਿਹੜੀ ਯੂਕੇ ਨੂੰ ਇੱਕ ਪਪੂਲਰ ਡੈਸਟੀਨੇਸ਼ਨ ਵਜੋਂ ਸਥਾਪਿਤ ਕਰਦੀ ਹੈ। ਔਰ ਪੀਆਰ ਦੇ ਨਾਲ, ਬਿਕੋਜ਼ ਪੀਆਰ ਅੱਜ ਤੋਂ ਪਹਿਲਾਂ ਕਿਸੇ ਨੇ ਯੂਕੇ 'ਚ ਸੁਣਿਆ ਨਹੀਂ ਹੁੰਦਾ ਸੀ। ਪੀਆਰ ਦਾ ਅੱਖਰ ਸਟੂਡੈਂਟਸ ਲਈ ਬਹੁਤ ਔਖਾ ਸੀ। ਸੋ ਇੰਡੈਫੀਨਿਟ ਸਟੇ ਕਹਿੰਦੇ ਹੁੰਦੇ ਸੀ ਕੁਛ ਉਹਨਾਂ ਬੰਦਿਆਂ ਨੂੰ ਕਿ ਜਿਹੜੇ ਕਿਸੇ ਨਾ ਕਿਸੇ ਕੈਟਾਗਰੀ 'ਚ ਅਸਾਈਲਮ ਦੇ ਵਿੱਚ ਫਾਈਲ ਨਿਕਲ ਆਈ 10 ਸਾਲ ਵਾਲੀ ਉਹਦੇ ਵਿੱਚ, ਜਾਂ ਕਿਸੇ ਹੋਰ ਲਾਈਕ ਜਿਹੜੇ ਸਟੇਟਲੈਸ ਚਿਲਡਰਨ ਆ, ਕੋਈ ਬੱਚਾ ਉੱਥੇ ਯੂਕੇ 'ਚ ਪੈਦਾ ਹੋ ਜਾਂਦਾ ਉਹਦੇ ਆਧਾਰ ਦੇ ਉੱਪਰ, ਜਾਂ ਹਾਈਲੀ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਸੀ ਉਹਦੇ ਤਹਿਤ। ਸੋ ਆਹੀ ਗਿਣੇ ਚੁਣੇ ਪ੍ਰੋਗਰਾਮ ਸੀ ਜਿਨ੍ਹਾਂ 'ਚ ਕੋਈ ਸਟੂਡੈਂਟ, ਕੋਈ ਐਪਲੀਕੈਂਟ ਯੂਕੇ 'ਚ ਰਹਿ ਸਕਦਾ ਹੁੰਦਾ ਸੀ। ਬਟ ਹੁਣ ਇਹਨੂੰ ਇਮੀਗ੍ਰੇਸ਼ਨ ਦੇ ਨਾਲ ਜੋੜਤਾ ਹੈ। ਸੋ ਹੁਣ ਇਮੀਗ੍ਰੇਸ਼ਨ ਆ ਗਈ। ਇਮੀਗ੍ਰੇਸ਼ਨ ਦੇ ਨਾਲ ਸੌਖਾ ਹੋ ਗਿਆ ਕਿ ਯੂਕੇ 'ਚ ਤੁਸੀਂ ਰਹਿ ਸਕਦੇ ਹੋ, ਪੜ੍ਹ ਸਕਦੇ ਹੋ, ਕਮਾਈ ਕਰ ਸਕਦੇ ਹੋ, ਪੀਆਰ ਲੈ ਸਕਦੇ ਹੋ, ਪੱਕੇ ਹੋ ਸਕਦੇ ਹੋ। ਔਰ ਅਗਰ ਕਮਾਈ ਦੀ ਗੱਲ ਕਰੀਏ, ਕੋਈ ਵੀ ਮੁਕਾਬਲਾ ਯੂਕੇ ਦੀ ਬੱਚਿਆਂ ਦੀ ਕਮਾਈ ਦਾ ਮੁਕਾਬਲਾ ਨਹੀਂ ਕਰਦਾ। ਬਿਕੋਜ਼ ਜਿੰਨੇ ਪੈਸੇ ਯੂਕੇ 'ਚ ਇੱਕ ਸਟੂਡੈਂਟ ਕਮਾ ਲੈਂਦਾ ਆ ਉਹ ਪੂਰੀ ਦੁਨੀਆ 'ਚ ਮੇਰੇ ਖਿਆਲ ਨਾਲ ਨਹੀਂ ਕਿਤੇ ਵੀ ਹੋਰ ਇੰਨੇ ਪੈਸੇ ਬਣਦੇ। ਸੋ ਉਹ ਇੱਕ ਸਭ ਤੋਂ ਵੱਡਾ ਕਾਰਨ ਕਿ ਸਟੂਡੈਂਟਸ ਜਿਹੜੇ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
ਔਰ ਉਹ ਚੰਗਾ ਰਿਵਾਰਡਿੰਗ ਹੈ, ਜਿਹਦਾ ਕਰਕੇ ਯੂਕੇ ਇੱਕ ਐਜੂਕੇਸ਼ਨ ਡੈਸਟੀਨੇਸ਼ਨ ਵਜੋਂ ਚੰਗਾ ਬਹੁਤ ਸੋਹਣਾ ਕੰਟਰੀ ਬਣ ਕੇ ਉੱਭਰਿਆ ਇਸ ਟਾਈਮ। ਸੋ ਅਰਵਿੰਦਰ ਜੀ, ਥੈਂਕ ਯੂ ਸੋ ਮੱਚ, ਤੁਸੀਂ ਐਨਲਾਈਟਨ ਕੀਤਾ ਹੈ ਸਾਡੇ ਦਰਸ਼ਕਾਂ ਨੂੰ ਔਰ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਬਿਲਕੁਲ ਡਿਟੇਲ 'ਚ ਸਾਨੂੰ ਸਮਝਾਇਆ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਜ਼ਰੂਰ ਕਰੋ, ਸਾਨੂੰ ਦੱਸੋ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਕੀ ਕੁਝ ਚਾਹੁੰਦੇ ਹੋ। ਥੈਂਕ ਯੂ ਵੈਰੀ ਮੱਚ ਸਰ, ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ। ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।